गुरु नानक पाद पंकज बंदन पाद पंकज बंदन सिमरो अंगद दुख निकंदन अमरदास गुर हृदय त्याओ जी हृदय त्याओ। श्री गुरु रामदास गुण गाओ। गुरु अर्जन विघ्नन के नाशक विघ्नन के नाशक। हरि गोबिंद शुभ मत प्रकाशक। श्री हर राय नमो कर जोरी नमो कर जोरी। श्री हर कृष्ण मनाओ बहोरी। तेग बहादुर परम कृपाला जी परम कृपाला। श्री गुरु गोबिंद सिंह विशाला। तारों तारा पार पुन पुन सीसा वाहिगुरु पुन पुन सीसा। बंदों बार बार जगदीसा। एक अंकारा सतगुरु ते प्रसाद सच होए। वाहिगुरु जी की फतेह है विघ्न विनाशन सोए। जिसमें अमृत ज्ञान है मानक भगत वैराग। गुरु ग्रंथ साहिब उदत बंदो कर अनुराग। जजन भजन मम खालसा खालसा पूज विजोग। दास गोबिंद फतेह खालसा दर्श परस मिटे सोग। आत्म रस जो जानही सो है खालस देव। प्रभ मैं मोह मैं तास मैं रंचक नायन पे। मूक उचरै शास्त्र खट पिंग किरण चढ़ जाए। अंध लखै बदरो सुनै जो काल कृपा कराए। कहाँ बुद्ध प्रभ तुच्छ हमारी बरन सकै महिमा जो तिहारी। हम ना सकत कर सिफत तुम्हारी आप लिहो तुम कथा सुधारी। हम ना सकत कर सिफत तुम्हारी आप लिहो तुम कथा सुधारी। सतनाम श्री वाहिगुरु साहिब जी दोहरा। सुनत गरंदन हुक्म को सुबड़ पंच सह जाए। काटा रोक्यो अगर ते महा बिकम जिस थाए। वाहिगुरु जी का खालसा वाहिगुरु जी की फतेह। गरीब नवाज अंतरजामी सच्चे पातशाह जी की साजी नवाजी हुई। गुरु रूप गुरु खालसा साध संगत माई भाई आप जी अत्यंत बड़ भागे हो जो गुरु की पवित्र पावन गोद विच बैठ के अपना मनुखा जीवन सफला कर रहे हो। और सतगुरु जी की अमृतमयी गुरबाणी सोदा रहराज साहब जी के पाठ और उपरंत गुरु की बाणी दे कीर्तन सरवण कीते हन। कलयुग में कीर्तन प्रधाना गुरमुख जपीए लाए ध्याना। परमात्मा नाल वाहिगुरु नाल ध्यान लाण दा कलयुग दे विच प्रधान साधन कीर्तन है कथा है। कथा कीर्तन सुखदाई। आप जी बड़े प्रेम नाल हर रोज़ कलगीधर पातशाह जी दी पावन जीवन कथा सरवण कर रहे हो। अब मैं अपनी कथा बखानो। सतगुरु जी ने अपनी कथा आप लिखी है। और क्यों लिखी है? क्योंकि ज्यों ज्यों गुरु के सिख सुनणगे उन्हां दे अंदर शरधा प्रेम भावना पैदा होवेगी। अपने गुरुआं दा इतिहास अपने गुरुआं दीयां कहाणियां बाबाणियां कहाणियां पुੱਤ सपुੱਤ करे। ਇਹ ਬੰਦਿਆਂ ਨੂੰ ਪੁੱਤਰਾਂ ਨੂੰ ਸੁਪੁੱਤਰ ਬਣਾਉਂਦੀਆਂ ਤੇ
ਜਿਹੜੇ ਪੁੱਤਰ ਹੁੰਦੇ ਨੇ ਉਹੀ ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ ਕਥਨ ਕਰਦੇ ਹਨ। ਸੋ ਆਪ ਜੀ ਬੜੇ ਪ੍ਰੇਮ ਨਾਲ ਸਤਿਗੁਰੂ ਕਲਗੀਧਰ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਥਾ ਸੁਣ ਰਹੇ ਹੋ। ਮਨ ਬਿਰਤੀਆਂ ਗੁਰੂ ਸਾਹਿਬਾਂ ਦੇ ਚਰਨਾਂ ਨਾਲ ਜੋੜ ਕੇ ਕਥਾ ਦਾ ਆਨੰਦ ਮਾਣੀਏ। ਜਦੋਂ ਮਹਾਰਾਜ ਦੇ 500 ਸਿੱਖ ਜੋ ਸ੍ਰੀਨਗਰ ਤੰਬੋਲ ਲੈ ਕੇ ਸਗਨ ਲੈ ਕੇ ਗਏ ਸਨ ਰਾਜਾ ਫਤਿਹ ਸ਼ਾਹ ਦੀ ਬੇਟੀ ਦੇ ਵਾਸਤੇ, ਜਦੋਂ ਭਾਈ ਦਇਆ ਰਾਮ ਜੀ ਅਤੇ ਭਾਈ ਨੰਦ ਚੰਦ ਜੀ ਨੇ ਵੇਖਿਆ ਕਿ ਇਹ ਦੁਸ਼ਟ ਪਾਪੀ ਪਹਾੜੀ ਲੋਕ ਗੁਰੂ ਘਰ ਦੇ ਵੈਰੀ ਬਣ ਗਏ ਨੇ, ਇਹਨਾਂ ਨੂੰ ਤੰਬੋਲ ਕਿਉਂ ਦੇਣਾ ਹੋਇਆ, ਸੋ ਉਹ ਤੰਬੋਲ ਉੱਥੋਂ ਚੁੱਕ ਕੇ ਲੈ ਆਏ। ਆਪਣੇ ਡੇਰੇ ਵਿੱਚ ਆ ਕੇ ਫਟਾਫਟ ਘੋੜਿਆਂ 'ਤੇ ਕਾਠੀਆਂ ਪਾਈਆਂ ਤੇ ਪੌਂਟੇ ਸਾਹਿਬ ਦੇ ਰਾਹ ਪੈ ਗਏ। ਜਦੋਂ ਇਸ ਗੱਲ ਦਾ ਰਾਜਾ ਫਤਿਹ ਸ਼ਾਹ, ਭੀਮ ਚੰਦ ਵਗੈਰਾ ਨੂੰ ਪਤਾ ਲੱਗਾ, ਉਹਨਾਂ ਨੇ ਸੋਚਿਆ ਵੀ ਇਹਨਾਂ ਸਿੱਖਾਂ ਦੇ ਘੋੜੇ ਵੀ ਖੋਹ ਲਈਏ, ਸ਼ਸਤਰ ਵੀ ਖੋਹ ਲਈਏ ਤੇ ਇਹਨਾਂ ਨੂੰ ਜਾਨੋਂ ਮਾਰ ਦਈਏ, ਜਾਂ ਇਹਨਾਂ ਦੇ ਕੋਲੋਂ ਸਾਰਾ ਕੁਝ ਖੋਹ ਕੇ ਇਹਨਾਂ ਨੂੰ ਕੱਢ ਦਈਏ। ਇਹ ਵਿਚਾਰ ਕਰਕੇ ਸਾਧ ਸੰਗਤ ਜੀ ਪਹਾੜੀਆਂ ਨੇ ਅੱਗੋਂ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ। ਉਹ ਕਥਾ ਮਹਾਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਹੈ। ਮਨ ਬਿਰਤੀਆਂ ਸ੍ਰੀ ਪੌਂਟਾ ਸਾਹਿਬ ਔਰ ਸ੍ਰੀਨਗਰ ਦੇ ਉਸ ਇਲਾਕੇ ਵਿੱਚ ਲੈ ਚੱਲੀਏ ਜਿਹਨੂੰ ਆਪਾਂ ਸ੍ਰੀ ਹੇਮਕੁੰਟ ਸਾਹਿਬ ਦੇ ਰਸਤੇ ਵਜੋਂ ਜਾਣਦੇ ਹਾਂ। ਗੰਗਾ ਦਾ ਬਹੁਤ ਭਿਆਨਕ ਰਸਤਾ ਹੈ। ਇੱਕ ਪਾਸੇ ਬੜੀ ਡੂੰਘੀ ਖਾਈ ਹੈ ਤੇ ਇੱਕ ਪਾਸੇ ਅਸਮਾਨ ਨੂੰ ਛੂੰਹਦੇ ਉੱਚੇ ਉੱਚੇ ਪਹਾੜ ਹਨ ਤੇ ਉੱਥੋਂ ਸਾਧ ਸੰਗਤ ਜੀ ਲੰਘ ਕੇ ਆਉਣਾ ਬੜਾ ਮੁਸ਼ਕਲ ਸੀ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਵੇਂ ਆਪਣੇ ਸਿੱਖਾਂ ਨੂੰ ਲੈ ਕੇ ਆਏ ਨੇ, ਉਹ ਅੱਜ ਦੇ ਪ੍ਰਕਰਣ ਵਿੱਚ ਆਪ ਜੀ ਸਰਵਣ ਕਰੋਗੇ। ਮਨ ਬਿਰਤੀਆਂ ਕਲਗੀਧਰ ਜੀ ਦੇ ਚਰਨਾਂ 'ਚ ਜੋੜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨਤ ਗਰੰਦਨ ਹੁਕਮ ਕੋ, ਕਹਿੰਦੇ ਪਹਾੜੀਆਂ ਦਾ ਰਾਜਿਆਂ ਦਾ ਹੁਕਮ ਪਾ ਕੇ ਸੁਬਟ ਪੰਜ ਸਹਿ ਜਾਏ, 500 ਉਹਨਾਂ ਦੀ ਫੌਜ ਦੇ ਯੋਧੇ ਅੱਗੇ ਵਧੇ ਹਨ। ਘਾਟਾ ਰੋਕਿਓ ਅਗਰ ਤੇ, ਜਿਹੜੇ ਪਾਸਿਓਂ ਸਿੱਖਾਂ ਨੇ ਲੰਘਣਾ ਸੀ, ਜਿਹੜੇ ਰਸਤੇ ਤੋਂ ਸਿੱਖਾਂ ਨੇ ਪੌਂਟਾ ਸਾਹਿਬ ਆਉਣਾ ਸੀ, ਉਸ ਰਸਤੇ ਵਿੱਚ ਇੱਕ ਬੜਾ ਖਤਰਨਾਕ ਭਿਆਨਕ ਮੋੜ ਆਉਂਦਾ ਸੀ, ਘਾਟ ਆਉਂਦਾ ਸੀ। ਜੇ ਉਹਦੇ ਵਿੱਚ ਇੱਕ ਬੰਦਾ ਅੱਗੇ ਲੰਘ ਜਾਵੇ ਤਾਂ ਦੂਜਾ ਬੰਦਾ ਲੰਘ ਸਕਦਾ ਸੀ, ਯਾਨੀ ਥੋੜ੍ਹੀ ਥਾਂ ਸੀ। ਉਹ ਇਹਨਾਂ ਪਹਾੜੀਆਂ ਨੇ ਉੱਪਰੋਂ ਦੀ ਜਾ ਕੇ ਰੋਕ ਲਿਆ ਹੈ। ਮਹਾ ਬਿਕਮ ਜਿਸ ਥਾਏ, ਬੜੀ ਔਖੀ ਥਾਂ ਸੀ। ਇੱਕ ਪਾਸੇ ਗੰਗਾ ਦੀ ਡੂੰਘੀ ਖਾਈ ਸੀ, ਜੇ ਉੱਤੋਂ ਬੰਦਾ ਡਿੱਗੇ ਤੇ ਉਹਦਾ ਕੁਛ ਵੀ ਨਹੀਂ ਲੱਭਦਾ ਥੱਲੇ ਦਰਿਆ ਦੇ ਵਿੱਚ, ਤੇ ਉੱਪਰ ਚੜ੍ਹਨਾ ਪਹਾੜ ਤੇ ਬੜਾ ਮੁਸ਼ਕਲ ਹੈ। ਐਸੀ ਥਾਂ ਤੇ ਸਿੱਖਾਂ ਨੂੰ ਰੋਕ ਲਿਆ। ਚੌਪਈ ਪੁਨ ਸਭ ਦਲ ਮਹਿ ਬਜੇ ਨਗਾਰੇ, ਸਾਰੇ ਦਲ ਦੇ ਵਿੱਚ, ਸਾਰੀ ਫੌਜ ਦੇ ਵਿੱਚ ਨਗਾਰੇ ਵੱਜ ਗਏ। ਜੋਧਾ ਸਨਦਬੱਧ ਪਏ ਸਾਰੇ, ਸਾਰੇ ਯੋਧੇ ਸਨਦਬੱਧ ਹੋ ਕੇ, ਤਿਆਰ ਬਰ ਤਿਆਰ ਹੋ ਕੇ, ਸ਼ਸਤਰ ਧਾਰੀ ਹੋ ਕੇ, ਸ਼ਸਤਰ ਗਹਿ ਜੇ ਸਨਮੁਖ ਹੋਏ। ਇਹ ਰਾਜਿਆਂ ਨੇ ਹੁਕਮ ਦਿੱਤਾ ਆਪਣੀ ਫੌਜ ਨੂੰ ਵੀ ਜੇ ਗੁਰੂ ਦੇ ਸਿੱਖ ਤੁਹਾਡਾ ਮੁਕਾਬਲਾ ਕਰਨ, ਸ਼ਸਤਰ ਧਾਰੀ ਹੋ ਕੇ ਤੁਹਾਡੇ ਨਾਲ ਲੜਾਈ ਕਰਨ, ਤੋਹਤ ਦੇ ਦੋਸ਼ ਨਹਿ ਕੋਏ, ਤਾਂ ਉਹਨਾਂ ਨੂੰ ਮਾਰ ਦਿਓ। ਉਹਦੇ 'ਚ ਕੋਈ ਦੋਸ਼ ਨਹੀਂ ਹੈ, ਕੋਈ ਗੁਨਾਹ ਨਹੀਂ ਹੈ, ਬੇਸ਼ੱਕ ਸਾਰੇ ਸਿੱਖਾਂ ਨੂੰ ਮਾਰ ਦਿਓ। ਜੇ ਹਥਿਆਰਨ ਮਹਿ ਤੇ ਡਾਰ, ਜੇ ਸਿੱਖਾਂ ਵਿੱਚੋਂ ਕੋਈ ਹਥਿਆਰ ਸੁੱਟ ਕੇ ਸਿਲੰਡਰ ਕਰ ਦੇਵੇ, ਹੱਥ ਖੜੇ ਕਰ ਦਵੇ, ਹੱਥ ਨ ਜੋਰਹਿ ਮਾਨਹਿ ਹਾਰ, ਹਾਰ ਮੰਨ ਲਵੇ, ਹੱਥ ਜੋੜ ਕੇ ਆਪਣੀ ਜਾਨ ਬਖਸ਼ਾਉਣ ਲਈ ਤਰਲਾ ਕੱਢੇ ਸਿੱਖ ਤੇ ਛੱਡ ਦਿਓ, ਨਹੀਂ ਤਾਂ ਮਾਰ ਸੁੱਟੋ। ਛੀਨ ਛੀਨ ਤਬ ਦੇਹੋ ਨਿਕਾਸੇ, ਕਹਿੰਦੇ ਸਾਰਾ ਕੁਝ ਸਿੱਖਾਂ ਕੋਲੋਂ ਖੋ ਖੋ ਕੇ ਉਹਨਾਂ ਨੂੰ ਖਾਲੀ ਕਰਕੇ ਤੋਰ ਦਿਓ। ਸਭ ਸੁਭਟਨ ਮਹਿ ਏਵ ਪ੍ਰਕਾਸ਼ੀ, ਸਾਰੀ ਫੌਜ ਦੇ ਵਿੱਚ ਇਹ ਗੱਲ ਪ੍ਰਗਟ ਹੋ ਗਈ। ਸਾਧ ਸੰਗਤ ਜੀ ਸਤਿਗੁਰ ਦਲ ਮਹਿ ਸੁਧ ਤਬ ਗਈ, ਇਹ ਖਬਰ ਗੁਰੂ ਕੀ ਫੌਜ ਨੂੰ ਵੀ ਪਤਾ ਲੱਗ ਗਈ ਵੀ ਸਾਡਾ ਰਸਤਾ ਰੋਕਣ ਦੀਆਂ ਤਿਆਰੀਆਂ ਹੋ ਗਈਆਂ ਨੇ। ਦੇਖੋ ਕਹਾ ਚਮੂ ਬੜ ਏ, ਕਹਿੰਦੇ ਸਿੱਖ ਆਪਸ ਚ ਗੱਲਾਂ ਕਰਦੇ, ਵੇਖੋ ਆ ਇੰਨੀ ਫੌਜ ਕਾਹਦੇ ਵਾਸਤੇ ਆ ਰਹੀ ਹੈ। ਸੁਬਟ ਪੰਜ ਮੈਂ ਗਏ ਅਗਾਰੇ, 500 ਬੰਦੇ ਸਾਡਾ ਰਾਹ ਰੋਕਣ ਲਈ ਸਾਡੇ ਤੋਂ ਪਹਿਲਾਂ ਹੀ ਰਸਤੇ 'ਚ ਅੱਗੇ ਜਾ ਚੁੱਕੇ ਹਨ। ਘਾਟਾ ਰੋਕਿਓ ਦ੍ਰਿੜਤਾ ਤਾਰੀ, ਅਗਲੇ ਪਾਸੇ ਉਹਨਾਂ ਨੇ ਘਾਟ ਰੋਕ ਲਿਆ ਹੈ।
ਸਾਡਾ ਰਾਹ ਰੋਕ ਲਿਆ ਬੜੀ ਦ੍ਰਿੜਤਾ ਦੇ ਨਾਲ, ਬੜੀ ਮਜ਼ਬੂਤੀ ਦੇ ਨਾਲ। ਘੇਰਾ ਕਰਿਓ ਤੁਮਹੇ ਜੋ ਫੇਰੇ। ਤੇ ਸਿੱਖਾਂ ਨੇ ਇੱਕ ਦੂਜੀ ਨੂੰ ਦੱਸ ਦਿੱਤਾ ਵੀ ਭਰਾਓ ਹੁਣ ਤੁਹਾਡੇ ਚਾਰੇ ਪਾਸੇ ਘੇਰਾ ਪੈ ਚੁੱਕਾ। ਉੱਤੇ ਪਹਾੜਾਂ ਤੇ ਵੀ ਦੁਸ਼ਮਣ ਬੈਠਾ ਤੇ ਪਿੱਛੇ ਵੀ ਦੁਸ਼ਮਣ ਹੈ, ਸਾਹਮਣੇ ਵੀ ਦੁਸ਼ਮਣ ਹੈ, ਤੇ ਖੱਡਾਂ 'ਚ ਥੱਲੇ ਵੀ ਉਤਰਾਂਗੇ ਤੇ ਥੱਲੇ ਵੀ ਪਹਾੜੀ ਦੁਸ਼ਮਣ ਹੀ ਬੈਠੇ ਹਨ। ਮੁਸ਼ਕਲ ਨਿਕਸਨ ਬਨੈ ਅਗੇਰੇ। ਸਿੱਖ ਸੋਚਾਂ 'ਚ ਪੈ ਗਏ, ਕਹਿੰਦੇ ਹੁਣ ਅੱਗੇ ਨਿਕਲ ਜਾਣਾ, ਪੌਂਟੇ ਸਾਹਿਬ ਪਹੁੰਚ ਜਾਣਾ ਬੜਾ ਮੁਸ਼ਕਲ ਹੈ। ਜੇ ਉਪਾਏ ਤੁਮ ਤੇ ਬਨ ਆਵੈ। ਆਪਸ ਵਿੱਚ ਯੋਧੇ ਗੱਲਾਂ ਕਰਦੇ ਨੇ ਦੀਵਾਨ ਆਨੰਦ ਚੰਦ ਜੀ ਤੇ ਪੰਡਿਤ ਦਇਆ ਰਾਮ ਜੀ। ਕਹਿੰਦੇ ਜੇ ਕੋਈ ਹੁਣ ਉਪਾਅ ਹੋ ਸਕਦਾ ਹੈ ਤੇ ਦੱਸੋ ਕੀ ਕਰੀਏ। ਕਰ ਲੀਜੈ ਨਤ ਦਲ ਅਬ ਆਵੈ। ਜੇ ਕੋਈ ਹੀਲਾ ਹੋ ਸਕਦਾ ਤੇ ਫਟਾਫਟ ਛੇਤੀ ਤੋਂ ਛੇਤੀ ਕਰ ਲਓ, ਨਹੀਂ ਤੇ ਪਹਾੜੀਆਂ ਦੀ ਫੌਜ ਪਿੱਛੋਂ ਬਹੁਤ ਜ਼ਿਆਦਾ ਹਜ਼ਾਰਾਂ ਦੀ ਤਾਦਾਦ ਵਿੱਚ ਸਾਡੇ ਤੇ ਹਮਲਾ ਕਰਨ ਲਈ ਆ ਰਹੀ ਹੈ। ਸੁਨ ਸੁਚਿੰਤ ਸਭ ਕੇ ਮਨ ਹੋਏ। ਜਦੋਂ ਇਹ ਬੜੀ ਭਾਰੀ ਚਿੰਤਾ ਵਾਲੀ ਖਬਰ ਸਿੱਖਾਂ ਨੇ ਸੁਣੀ, ਸਾਰੇ ਹੀ ਸਿੱਖ ਚਿੰਤਿਤ ਹੋਏ। ਸਾਹਮਣੇ ਵੀ ਦੁਸ਼ਮਣ, ਪਿੱਛੇ ਵੀ ਦੁਸ਼ਮਣ, ਉੱਪਰ ਪਹਾੜਾਂ ਦੀਆਂ ਚੋਟੀਆਂ ਤੇ ਵੀ ਦੁਸ਼ਮਣ ਚੜ ਗਿਆ। ਹੁਣ ਕਿੱਧਰ ਜਾਵਾਂਗੇ? ਰੁਕ ਪਏ ਤੇ ਡਰ ਕਰ ਸਭ ਕੋਏ। ਇੱਥੇ ਰੁਕ ਜਾਵਾਂਗੇ, ਇੱਥੇ ਹੀ ਘੇਰੇ ਜਾਵਾਂਗੇ ਤੇ ਇੱਥੇ ਹੀ ਮਾਰੇ ਜਾਵਾਂਗੇ। ਅਸੀਂ ਪੌਂਟਾ ਸਾਹਿਬ ਕਲਗੀਧਰ ਪਾਤਸ਼ਾਹ ਨੂੰ ਜਾ ਕੇ ਦੱਸ ਵੀ ਨਹੀਂ ਸਕਾਂਗੇ ਵੀ ਸਾਡੇ ਨਾਲ ਇੱਥੇ ਕੀ ਭਾਣਾ ਵਰਤ ਚੱਲਿਆ ਹੈ। ਉਲੰਘਨ ਬਨਿਓ ਕਠਨ ਅਬ ਘਾਟਾ। ਕਹਿੰਦੇ ਇਹ ਜਿਹੜਾ ਘਾਟਾ ਹੈ ਲੰਘਣਾ ਬੜਾ ਮੁਸ਼ਕਲ ਹੋ ਗਿਆ, ਔਖਾ ਹੋ ਗਿਆ। ਇਹ ਘਾਟ ਤੋਂ ਅਸੀਂ ਪਾਰ ਨਹੀਂ ਹੋ ਸਕਦੇ। ਰਿਪ ਦਲ ਹਮ ਜਿਮ ਲੋਨ ਰੋਕਾਟਾ। ਦੁਸ਼ਮਣ ਦੀ ਫੌਜ ਆਟੇ ਦੀ ਤਰ੍ਹਾਂ ਤੇ ਅਸੀਂ ਲੂਣ ਦੀ ਬਰਾਬਰ ਹਾਂ। ਜਿਵੇਂ ਆਟੇ 'ਚ ਲੂਣ ਦੀ ਹੁੰਦੀ ਹੈ ਵੈਲਿਊ, ਇੰਨੀ ਕੁ ਅਸੀਂ ਆਟੇ ਵਿੱਚ ਲੂਣ ਦੇ ਬਰਾਬਰ ਹਾਂ। ਕਵਨ ਜਤਨ ਹੋਏ ਜੋ ਦਿਸ਼ ਕਿਰੇ। ਹੁਣ ਚਾਰੇ ਪਾਸਿਓਂ ਘਿਰ ਗਏ ਆ, ਕੀ ਕਰ ਸਕਦੇ ਆ? ਕਿਹੜਾ ਯਤਨ ਕਰੀਏ, ਕੀ ਤਰੀਕਾ ਅਪਣਾਈਏ ਕਿ ਸਾਡੀਆਂ ਜਾਨਾਂ ਬਚ ਜਾਣ। ਗਿਰਪਦ ਗ੍ਰਿਤਕਨ ਸਭ ਮਨ ਫਿਰੇ। ਇਹ ਪਹਾੜੀਏ ਅਕਿਰਤਕਣ ਹਨ, ਗੁਰੂ ਘਰ ਦੀਆਂ ਬਖਸ਼ਿਸ਼ਾਂ, ਗੁਰੂ ਘਰ ਦੀਆਂ ਰਹਿਮਤਾਂ ਭੁੱਲ ਗਏ ਹਨ। ਜੇਕਰ ਘਾਟਾ ਹੋਇ ਨਾ ਅਗਾਰੇ। ਕਹਿੰਦੇ ਜੇ ਅੱਗੇ ਘਾਟਾ ਨਾ ਹੁੰਦਾ, ਇਹ ਔਖੀ ਥਾਂ ਨਾ ਹੁੰਦੀ, ਵਿਖੜਾ ਥਾਂ ਨਾ ਹੁੰਦਾ, ਤੋ ਹਮ ਜਾਹੇ ਸ਼ਸਤਰ ਰਿਪ ਮਾਰੇ। ਤਾਂ ਅਸੀਂ ਜਾ ਕੇ ਦੁਸ਼ਮਣ ਨਾਲ ਦੋ ਦੋ ਹੱਥ ਕਰ ਲੈਂਦੇ, ਲੜਾਈ ਵੀ ਕਰ ਲੈਂਦੇ ਤੇ ਵੈਰੀ ਨੂੰ ਮਾਰ ਕੇ ਲੰਘ ਜਾਂਦੇ। ਪਰ ਹੁਣ ਇੱਥੇ ਲੜਾਈ ਦਾ ਥਾਂ ਹੀ ਕੋਈ ਨਹੀਂ। ਲੜਨ ਲਈ ਘੋੜਾ, ਦੌੜਨ ਲਈ ਵੀ ਥਾਂ ਚਾਹੀਦੀ ਹੈ, ਵਾਰ ਕਰਨ ਲਈ ਵੀ ਥਾਂ ਚਾਹੀਦੀ ਹੈ, ਆਪਣਾ ਬਚਾਅ ਕਰਨ ਲਈ ਮੋਰਚਾ ਚਾਹੀਦਾ। ਇੰਨਾ ਸਾਰਾ ਰਸਤਾ ਮਸੀਂ ਇੱਕ ਬੰਦਾ ਲੰਘਦਾ ਜਾਂ ਦੋ ਬੰਦੇ ਮਸੀਂ ਲੰਘਦੇ ਆ। ਬੰਦੇ ਪੈਦਲ ਤੇ ਭਾਵੇਂ ਦੋ ਲੰਘ ਜਾਣ, ਘੋੜੇ ਦੋ ਕਿਵੇਂ ਲੰਘਣਗੇ ਬਰਾਬਰ? ਇਸ ਕਰਕੇ ਬੜਾ ਔਖਾ ਸਮਾਂ ਬਣ ਗਿਆ ਹੈ। ਦਇਆ ਰਾਮ ਅਰ ਆਦ ਦੀਵਾਨ। ਕਹਿੰਦੇ ਦਇਆ ਰਾਮ ਪੰਡਿਤ ਅਤੇ ਦੀਵਾਨ ਆਨੰਦ ਚੰਦ ਵੀ ਸੋਚਾਂ 'ਚ ਪੈ ਗਏ। ਮਿਲ ਮਿਲ ਮਸਲਤ ਕਰਹਿ ਬਖਾਨ। ਕਹਿੰਦੇ ਆਪਸ 'ਚ ਮਿਲ ਮਿਲ ਕੇ ਸਲਾਹਾਂ ਕਰਦੇ ਆ ਬਈ ਇਹ ਕੀ ਭਾਣਾ ਵਰਤਿਆ ਸਾਡੇ ਨਾਲ, ਹੁਣ ਅਸੀਂ ਕਿਵੇਂ ਬਚਾਂਗੇ। ਇੱਕ ਸਿੱਖ ਗੁਰ ਸ਼ਰਧਾਲ ਵਡੇਰਾ। ਇੱਕ ਗੁਰੂ ਦਾ ਸਿੱਖ, ਉਹਨਾਂ 500 ਸਿੱਖਾਂ ਵਿੱਚ ਬੜਾ ਸ਼ਰਧਾਲੂ ਸੀ। ਸਾਧ ਸੰਗਤ ਜੀ, ਆ ਗੁਰੂ ਘਰ 'ਚ ਜਿੰਨੇ ਵੀ ਸਿੱਖ ਆਉਂਦੇ ਨੇ ਸਾਰਿਆਂ ਦੀ ਇੱਕੋ ਜਿਹੀ ਅਵਸਥਾ ਨਹੀਂ ਹੁੰਦੀ। ਕਈ ਸਾਡੇ ਵਰਗੇ ਵੀ ਹੁੰਦੇ ਆ ਖਾ ਕੇ ਸੌਣ ਵਾਲੇ, ਤੇ ਕਈ ਰੱਬ ਦੇ ਪਿਆਰੇ ਜੁੜੇ ਵੀ ਹੁੰਦੇ ਆ ਅੰਦਰੋਂ ਰੱਬ ਦੇ ਨਾਮ ਨਾਲ। ਇੱਕ ਬੜਾ ਹੀ ਬਾਣੀ ਦੇ ਰੰਗ ਵਿੱਚ ਰੰਗਿਆ ਹੋਇਆ ਗੁਰੂ ਕੀ ਬਾਣੀ ਪੜ੍ਹਨ ਵਾਲਾ ਸ਼ਰਧਾਲੂ ਸਿੱਖ ਸੀ। ਸਭ ਮਹਿ ਕਰਿਓ ਬਾਗ ਤਿਸ ਬੇਰਾ। ਉਹਨੇ ਸਾਰੇ ਸਿੱਖਾਂ ਵੱਲ ਵੇਖਿਆ ਵੀ ਸਾਰੇ ਹੀ ਚਿੰਤਾ 'ਚ ਪਏ ਨੇ, ਸਾਰਿਆਂ ਦੇ ਰੰਗ ਉੱਡੇ ਪਏ ਨੇ, ਸਾਰਿਆਂ ਨੂੰ ਮੌਤ ਦਿਸ ਰਹੀ ਹੈ। ਇੱਕ ਪਾਸੇ ਸਾਹਮਣੇ ਦੁਸ਼ਮਣ, ਪਿੱਛੇ ਦੁਸ਼ਮਣ, ਉੱਤੇ ਦੁਸ਼ਮਣ, ਕੋਈ ਥਾਂ ਹੀ ਨਹੀਂ ਲੰਘਣ ਦੀ। ਇੱਕ ਪਾਸੇ ਗੰਗਾ ਹੀ ਮੌਤ ਦਾ ਰੂਪ ਧਾਰਨ ਕਰੀ ਬੈਠੀ ਹੈ। ਜੇ ਮਾੜਾ ਜਿਹਾ ਘੋੜੇ ਦਾ ਪੈਰ ਫਿਸਲੇ ਤੇ ਗੰਗਾ ਵਿੱਚ ਜਾ ਕੇ ਕੁਝ ਵੀ ਨਹੀਂ ਲੱਭਦਾ, ਹੱਡੀ ਪਸਲੀ ਸਾਫ਼ ਹੋ ਜਾਂਦੀ ਹੈ। ਤੇ 100-100 200-200 ਮੀਲ ਉੱਤੇ ਬੰਦੇ ਦੀ ਲਾਸ਼ ਹੀ ਰੋੜ ਕੇ ਲੈ ਜਾਂਦੀ ਗੰਗਾ, ਪਤਾ ਹੀ ਨਹੀਂ ਲੱਗਦਾ। ਇਹੋ ਜਿਹੀ ਭਿਆਨਕ ਥਾਂ ਤੇ ਹੁਣ ਸਾਨੂੰ ਕੌਣ ਬਚਾਏਗਾ? ਚਿੰਤਾ ਤਾਂ ਬਹੁਤ ਸੀ, ਪਰ ਉਹ ਜਿਹੜਾ ਬਾਣੀ ਪੜ੍ਹਨ ਵਾਲਾ ਸੀ ਨਾ, ਉਹ ਸ਼ਬਦ ਪੜ੍ਹ ਰਿਹਾ ਸੀ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਉਹ ਬਾਣੀ ਪੜ੍ਹਨ ਵਾਲਾ ਸਿੱਖ ਸ਼ਰਧਾਲੂ ਬੋਲਿਆ, ਜਬ ਤੁਮ ਪਏ ਤਿਆਰ ਇਤ ਆਵਨ। ਉਹ ਕਹਿਣ ਲੱਗਾ, ਦੀਵਾਨ ਜੀ ਕਿਉਂ ਚਿੰਤਾ ਕਰਦੇ ਹੋ? ਪੰਡਿਤ ਜੀ ਕਿਉਂ ਸੋਚਾਂ ਪੈ ਗਏ ਹੋ?
ਜਦੋਂ ਆਪਾਂ ਤੁਰੇ ਸੀ ਨਾ ਪੌਂਟੇ ਸਾਹਿਬ ਤੋਂ, ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ 1.25 ਲੱਖ ਦਾ ਤਬੋਲ ਦੇ ਕੇ ਤੋਰਿਆ ਸੀ, ਆਪਾਂ ਤਿਆਰ ਹੋਏ ਸੀ ਇੱਧਰ ਆਉਣ ਨੂੰ, ਗਿਰਪਤ ਰਿਪ ਹੈ ਕਰੇ ਬਤਾਵਨ। ਤੇ ਗੁਰੂ ਸਾਹਿਬ ਨੇ ਦੱਸ ਦਿੱਤਾ ਸੀ। ਕਲਗੀਧਰ ਨੇ ਕਿਹਾ ਸੀ, ਦੀਵਾਨ ਜੀ ਜਿੱਥੇ ਚੱਲੇ ਹੋ ਉਹ ਮਿੱਤਰਾਂ ਦਾ ਘਰ ਨਹੀਂ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬੇਸ਼ੱਕ ਦੁਨੀਆਦਾਰੀ ਹੈ, ਭਾਈਚਾਰਾ ਨਿਭਾਉਣਾ ਪੈਂਦਾ, ਸਮਾਜ ਦੀ ਦੁੱਖ ਸੁੱਖ ਦੇ ਵਿੱਚ ਬੁਲਾਵੇ ਤੇ ਜਾਣਾ ਪੈਂਦਾ, ਜਾ ਤਾਂ ਰਹੇ ਹੋ ਤੁਸੀਂ, ਪਰ ਉਹ ਤੁਹਾਡੇ ਮਿੱਤਰ ਨਹੀਂ ਆ, ਉਹ ਦੁਸ਼ਮਣ ਹਨ। ਉੱਥੇ ਦੁਸ਼ਮਣਾਂ ਨੇ ਆਉਣਾ ਹੈ। ਜੇ ਫਤਿਹ ਸ਼ਾਹ ਨਾ ਵੀ ਦੁਸ਼ਮਣ ਹੋਵੇ ਤੇ ਭੀਮ ਚੰਦ ਤਾਂ ਹੈ ਹੀ ਹੈ ਨਾ, ਤੇ ਉਹਨਾਂ ਦੇ ਵਿੱਚ ਤੁਹਾਨੂੰ ਖਤਰਾ ਹੋ ਸਕਦਾ ਹੈ। ਸੰਸੈ ਲਖਿਓ ਤੁਮਾਰੇ ਉਰ ਕੋ। ਤੇ ਤੁਸੀਂ ਵੀ ਮਨ ਦੇ ਵਿੱਚ ਸੰਸਾ ਕੀਤਾ ਸੀ ਵੀ ਜੇ ਗੁਰੂ ਸਾਹਿਬ ਉੱਥੇ ਸਾਨੂੰ ਕੁਝ ਹੋ ਗਿਆ, ਅਸੀਂ ਉੱਥੇ ਘਿਰ ਗਏ, ਸਾਡੇ ਤੇ ਕੋਈ ਮੁਸੀਬਤ ਬਣ ਗਈ, ਫਿਰ ਅਸੀਂ ਕੀ ਕਰਾਂਗੇ। ਤਬ ਇਮ ਬਾਕ ਭਇਓ ਸਤਿਗੁਰ ਕੋ। ਤਾਂ ਉਸ ਵੇਲੇ ਸ੍ਰੀ ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਤਰ੍ਹਾਂ ਬਚਨ ਕੀਤਾ ਸੀ। ਆਪਾ ਨਹੀਂ ਜਨਾਵਨ ਕਰੀਐ। ਮਹਾਰਾਜ ਨੇ ਆਖਿਆ ਸੀ, ਸਿੱਖੋ ਜੇ ਕੋਈ ਮੁਸੀਬਤ ਪੈ ਗਈ ਤਾਂ ਆਪਾ ਨਾ ਜੜਾਇਆ ਵੀ ਅਸੀਂ ਕੁਝ ਹਾਂ। ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋ ਹੈ। ਆਪਣੇ ਆਪ ਨੂੰ ਕੁਝ ਸਮਝਣਾ ਇਹ ਵੀ ਬਹੁਤ ਵੱਡੀ ਰੁਕਾਵਟ ਹੈ ਪਰਮਾਤਮਾ ਨੂੰ ਮਿਲਣ ਵਿੱਚ। ਆਪਾ ਨਾ ਜਣਾਇਆ ਜੇ, ਏਕ ਭਰੋਸਾ ਗੁਰ ਕੋ ਤਰੀਐ। ਬਸ ਇੱਕ ਗੁਰੂ ਦਾ ਭਰੋਸਾ ਰੱਖਿਆ ਜੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਇਸ ਤੁਕ ਦਾ ਭਰੋਸਾ ਰੱਖਿਆ ਜੇ, ਬਾਣੀ ਪੜ੍ਹਦੇ ਰਿਹਾ ਜੇ। ਜਿਸ ਪ੍ਰਭ ਨੇ ਹਮ ਕਰੇ ਪਠਾਵਨ। ਉਹ ਬਾਣੀ ਪੜ੍ਹਨ ਵਾਲਾ ਨਾਮ ਅਭਿਆਸੀ ਗੁਰਸਿੱਖ ਸਿੱਧਕੀ ਸਿੱਖ ਬੋਲਿਆ। ਦੀਵਾਨ ਜੀ ਜਿਸ ਕਲਗੀਧਰ ਪਾਤਸ਼ਾਹ ਨੇ ਸਾਨੂੰ ਭੇਜਿਆ ਹੈ, ਸੋ ਸਤਿਗੁਰ ਹਮ ਕਰਹਿ ਲਿਆਵਨ। ਉਹੀ ਸਾਨੂੰ ਵਾਪਸ ਪੌਂਟਾ ਸਾਹਿਬ ਲੈ ਜਾਏਗਾ, ਉਹੀ ਸਾਡਾ ਰਾਖਾ ਹੈ। ਜਿੱਥੇ ਔਕੜ ਗਲੀਆਂ ਭੀੜੀਆਂ, ਤਿੱਥੇ ਹਰ ਹਰ ਮੁਕਤ ਕਰਾਏ। ਰੱਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਔਕੜ ਔਖੇ ਘਾਟ ਆ ਜਾਂਦੇ ਨੇ, ਔਕੜ ਦਾ ਮਤਲਬ ਹੀ ਔਖਾ ਘਾਟ ਹੈ, ਜਿਹੜੇ ਘਾਟ ਤੋਂ ਚੜ੍ਹਿਆ ਨਹੀਂ ਜਾ ਸਕਦਾ, ਜਿਹੜੇ ਘਾਟ ਤੋਂ ਲੰਘਿਆ ਨਹੀਂ ਜਾ ਸਕਦਾ। ਅੱਜ ਗੁਰਬਾਣੀ ਦੀ ਪੰਕਤੀ ਪ੍ਰਤੱਖ ਵਰਤ ਗਈ। ਜਿੱਥੇ ਔਕੜ ਗਲੀਆਂ ਭੀੜੀਆਂ, ਔਖੀ ਗਲੀ ਹੈ, ਤਿੱਥੇ ਹਰ ਹਰ ਮੁਕਤ ਕਰਾਏ। ਉੱਥੇ ਗੁਰੂ ਹੀ ਕਿਰਪਾ ਕਰ ਸਕਦਾ ਹੈ। ਇਮ ਕਲਗੀਧਰ ਪਟਵਤ ਕਹਿਓ। ਇਸ ਤਰ੍ਹਾਂ ਸ੍ਰੀ ਕਲਗੀਧਰ ਜੀ ਨੇ ਸਾਨੂੰ ਪੌਂਟਾ ਸਾਹਿਬ ਤੋਂ ਤੁਰਨ ਲੱਗਿਆਂ ਕਿਹਾ ਸੀ, ਸੋ ਕਮ ਨਹਿ ਸਿਮਰਤ ਦੁਖ ਲਹਿਓ। ਉਹ ਭਰਾਓ ਗੁਰੂ ਕੇ ਸਿੱਖੋ, ਗੁਰੂ ਕੀ ਬਾਣੀ ਪੜ੍ਹਨ ਵਾਲੇ ਹੋ, ਨਿਤਨੇਮੀ ਹੋ, ਨਾਮ ਜਪਣ ਵਾਲੇ ਹੋ। ਉਹ ਗੁਰੂ ਕਲਗੀਧਰ ਦੇ ਬਚਨ ਕਿਉਂ ਨਹੀਂ ਚੇਤੇ ਕਰਦੇ? ਗੁਰੂ ਦੇ ਬਚਨਾਂ ਤੇ ਭਰੋਸਾ ਕਰੋ, ਗੁਰੂ ਤਤੀ ਵਾਹ ਨਹੀਂ ਲੱਗਣ ਦੇਵੇਗਾ। ਤਾਤੀ ਵਾਹ ਨਾ ਲੱਗਈ, ਪਾਰ ਬ੍ਰਹਮ ਸਰਣਾਈ। ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੈ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਸਭ ਤਜੀਐ ਹੈ ਚਿੰਤਾ ਸੰਦੇਹੋ। ਹੁਣ ਸਾਰੀ ਚਿੰਤਾ ਛੱਡ ਦਿਓ, ਹੁਣ ਗੁਰੂ ਤੇ ਡੋਰਾਂ ਸੁੱਟ ਦਿਓ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਹੁਣ ਚਿੰਤਾ ਦਾ ਕਲਗੀਆਂ ਵਾਲੇ ਨੂੰ ਹੈ, ਸਾਨੂੰ ਕਾਹਦੀ ਚਿੰਤਾ ਹੈ? ਕਿਉ ਨਹਿ ਉਠੋ ਨਾਮ ਗੁਰ ਲੇਹੋ। ਉੱਠਦੇ ਕਿਉਂ ਨਹੀਂ? ਉਠੋ, ਤਿਆਰ ਬਰ ਤਿਆਰ ਹੋਵੋ, ਹੌਸਲਾ ਕਰੋ, ਗੁਰੂ ਦਾ ਨਾਮ ਲਓ, ਤਗੜੇ ਹੋਵੋ। ਸਿੱਖ ਕੋ ਬਾਕ ਸ਼ਰਵਨ ਸਭ ਧਰਿਓ। ਜਦੋਂ ਦੀਵਾਨ ਨੰਦ ਚੰਦ ਅਤੇ ਬਾਕੀ ਗੁਰੂ ਕੇ ਸਿੱਖਾਂ ਨੇ ਉਸ ਗੁਰੂ ਕੇ ਸਿੱਖ ਦਾ ਬਚਨ ਸੁਣਿਆ, ਵਿਸਰਿਓ ਦਰਬ ਮਨਹੁ ਕਰ ਪਰਿਓ। ਕਹਿੰਦੇ ਇੰਨੀ ਬਾਣੀ ਨੇ ਹੌਸਲਾ ਦਿੱਤਾ, ਇੰਨਾ ਬਾਣੀ ਪੜ੍ਹਨ ਵਾਲੇ ਸਿੱਖ ਦੀ ਜ਼ੁਬਾਨ ਨੇ ਹੌਸਲਾ ਦਿੱਤਾ ਵੀ ਜਿਵੇਂ ਕਿਸੇ ਬੰਦੇ ਦਾ ਘਰ ਦੇ ਵਿੱਚ ਪੈਸਾ ਗੁੰਮਿਆ ਹੋਵੇ ਨਾ, ਪੈਸੇ ਰੱਖੇ ਹੋਣ ਘਰ ਪਰ ਭੁੱਲ ਜਾਈਦਾ ਕਈ ਵਾਰੀ ਨਾ। ਬੀਬੀਆਂ ਭੈਣਾਂ ਵੀ ਕਈ ਵਾਰੀ ਘਰ ਵਾਲੇ ਤੋਂ ਲੁਕਾ ਕੇ ਰੱਖ ਲੈਂਦੀਆਂ ਵੀ ਚਲੋ 2-4 ਪੈਸੇ ਜੋੜ ਕੇ ਰੱਖ ਲਈਏ, ਤੇ ਕਈ ਵਾਰੀ ਭੁੱਲ ਵੀ ਜਾਂਦੀਆਂ ਮਾਈਆਂ। ਤੇ ਜੇ ਭੁੱਲ ਜਾਣ ਤੇ ਬੜਾ ਮਨ 'ਚ ਚਿੰਤਾ ਹੁੰਦੀ ਹੈ, ਤੇ ਜੇ ਕਿਤੇ ਉਹ ਲੱਭ ਜਾਵੇ ਫਿਰ ਖੁਸ਼ੀ ਵੀ ਬੜੀ ਹੁੰਦੀ। ਕਹਿੰਦੇ ਜਿਵੇਂ ਧਰਿਆ ਹੋਇਆ ਧਨ ਲੱਭ ਜਾਣ ਤੋਂ ਬਾਅਦ ਖੁਸ਼ੀ ਹੁੰਦੀ ਹੈ। ਹੁੰਦਾ ਤੇ ਘਰ ਵਿੱਚ ਹੀ ਹੈ ਨਾ, ਆਖੋ ਸ੍ਰੀ ਵਾਹਿਗੁਰੂ। ਹੁੰਦਾ ਤੇ ਘਰ ਵਿੱਚ ਹੀ ਹੈ ਪਰ ਭੁੱਲਿਆ ਹੁੰਦਾ। ਪਰ ਜੇ ਕੋਈ ਯਾਦ ਕਰਾ ਦੇਵੇ ਉੱਥੇ ਪਿਆ, ਫਿਰ ਖੁਸ਼ੀ ਹੋ ਜਾਂਦੀ ਹੈ। ਕਹਿੰਦੇ ਉਹ ਗੁਰੂ ਦਾ ਬਚਨ ਭੁੱਲਿਆ ਹੋਇਆ ਸੀ,
ਜਦੋਂ ਪੌਂਟੇ ਸਾਹਿਬ ਤੋਂ ਤੁਰਨ ਲੱਗਿਆਂ ਪਾਤਸ਼ਾਹ ਨੇ ਕਿਹਾ ਸੀ, ਜੇ ਔਖਾ ਸਮਾਂ ਬਣੇ ਤੇ ਅਰਦਾਸ ਕਰਿਆ ਜੇ, ਅਸੀਂ ਤੁਹਾਡੀ ਸਹਾਇਤਾ ਕਰਾਂਗੇ, ਅਸੀਂ ਤੁਹਾਡੇ ਨਾਲ ਹੀ ਹਾਂ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਜਦੋਂ ਇਹ ਬਚਨ ਯਾਦ ਆਇਆ, ਸਿੱਖ ਬੜੇ ਖੁਸ਼ ਹੋਏ। ਸਭ ਕੇ ਹਿਰਦੈ ਭਰੋਸਾ ਪਿਓ। ਸਾਰਿਆਂ ਦੇ ਮਨ 'ਚ ਵਿਸ਼ਵਾਸ ਹੋ ਗਿਆ, ਭਰੋਸਾ ਹੋ ਗਿਆ ਵੀ ਹੁਣ ਨਹੀਂ ਮਾਰ ਖਾਂਦੇ, ਹੁਣ ਗੁਰੂ ਪਾਤਸ਼ਾਹ ਸਾਡੀ ਬਾਹ ਫੜਨਗੇ, ਸਾਨੂੰ ਇਸ ਘਾਟਿਓਂ ਲੰਘਾ ਲੈਣਗੇ। ਜੈ ਸਤਿਗੁਰੂ ਕੀ ਬਚ ਕਹਿ ਦਿਓ। ਹਾਂ, ਜਦੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਚਨ ਯਾਦ ਆਇਆ ਤੇ ਸਿੱਖਾਂ ਨੇ ਗੁਰੂ ਦੇ ਨਾਂ ਦਾ ਜੈਕਾਰਾ ਲਾਇਆ। ਗੁਰੂ ਦੇ ਜੈਕਾਰੇ ਵਿੱਚ ਸਾਧ ਸੰਗਤ ਜੀ ਬੜੀ ਪਾਵਰ ਹੈ। ਜਦੋਂ ਗੁਰੂ ਪਾਤਸ਼ਾਹ ਦੇ ਸਿੱਖ ਜੈਕਾਰਾ ਗਜਾਉਂਦੇ ਹੈ ਨਾ, ਸਤਿ ਸ੍ਰੀ ਅਕਾਲ ਦਾ ਜੰਗਾਰਾ ਗੂੰਜਦਾ, 96 ਕਰੋੜ ਸ਼ਹੀਦੀ ਫੌਜਾਂ ਉੱਥੇ ਹਾਜ਼ਰ ਹੋ ਜਾਂਦੀਆਂ। ਬਾਬਾ ਦੀਪ ਸਿੰਘ ਵਰਗੇ ਮਹਾਂਪੁਰਸ਼ ਉੱਥੇ ਹਾਜ਼ਰ ਹੋ ਜਾਂਦੇ। ਜਦੋਂ ਸਿੰਘ ਜੈਕਾਰਾ ਗਜਾਉਂਦੇ ਆ, ਉਹ ਸ਼ਹੀਦੀ ਫੌਜਾਂ ਆ ਕੇ ਮਦਦ ਕਰਦੀਆਂ। ਜਦੋਂ ਸਿੱਖਾਂ ਨੇ ਜੈਕਾਰਾ ਗਜਾਇਆ, ਸਾਧ ਸੰਗਤ ਜੀ, ਆ ਜਦੋਂ ਸੈਕੰਡ ਵਰਲਡ ਵਾਰ ਹੋਈ ਨਾ ਫਰਾਂਸ ਦੇ ਵਿੱਚ, ਉਹਦੇ ਵਿੱਚ ਸਾਡੇ ਪੰਜਾਬ ਦੇ ਬੜੇ ਫੌਜੀ ਸਿੰਘ ਗਏ ਸੀਗੇ ਤੇ ਉਹਨਾਂ ਵਿੱਚੋਂ ਇੱਕ ਬਾਬਾ ਹਿੰਮਤ ਸਿੰਘ ਜੀ ਸੀਗੇ। ਦਾਸ ਨਾਲ ਉਹਦਾ ਬੜਾ ਪ੍ਰੇਮ ਸੀ। ਉਹ 100 ਸਾਲ ਦੀ ਉਮਰ ਦੇ ਹੋ ਕੇ 5-7 ਸਾਲ ਹੀ ਹੋਏ ਨੇ ਉਹਨਾਂ ਨੇ ਚੋਲਾ ਛੱਡਿਆ। ਉਹਨਾਂ ਦੀ ਮੂਵੀ ਬਣੀ ਹੋਈ ਹੈ ਉੱਥੇ ਘਰ ਪਰਿਵਾਰ ਦੇ ਕੋਲ, ਵੀ ਚੋਲਾ ਛੱਡਣ ਤੋਂ ਇੱਕ ਦਿਨ ਪਹਿਲਾਂ ਦਸਤਾਰ ਸਜਾਈ ਜਾਂਦੇ ਤੇ ਕਹਿੰਦੇ ਬਈ ਇੱਥੇ ਸੰਸਕਾਰ ਕਰਿਆ ਜੇ ਮੇਰਾ, ਇਹ ਲੱਕੜਾਂ ਲੈ ਆਓ, ਸਮਾਨ ਲੈ ਆਓ ਤੇ ਕੱਲ੍ਹ ਨੂੰ ਅਸੀਂ ਚਲੇ ਜਾਣਾ। ਇੱਦਾਂ ਦੱਸ ਕੇ ਗਏ ਆ, ਬਿਲਕੁਲ ਪ੍ਰੂਫ ਹੈ। ਲੋਕ ਦੀ ਮੰਨਦੇ ਨਹੀਂ, ਸਾਡੇ ਕੋਲ ਸਾਹਮਣੇ ਦੇਖੀਆਂ ਗੱਲਾਂ ਨੇ ਵੀ ਬਾਣੀ ਪੜ੍ਹਨ ਵਾਲਿਆਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਵੀ ਅਸੀਂ ਹੁਣ ਜਾ ਰਹੇ ਹਾਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹਨਾਂ ਨੇ, ਇੱਕ ਬਾਬਾ ਜੀ ਨੇ ਮੈਨੂੰ ਬਚਨ ਸੁਣਾਇਆ, ਕਹਿੰਦੇ ਜਦੋਂ ਅੰਗਰੇਜ਼ ਸਾਨੂੰ ਲੈ ਗਏ ਨਾਲ, ਇਕੱਲੇ ਸਿੱਖ ਹੀ ਥੋੜ੍ਹਾ ਗਏ ਇੰਡੀਆ ਤੋਂ, ਕਹਿੰਦੇ ਗੋਰਖੇ ਵੀ ਗਏ, ਪਠਾਨ ਵੀ ਗਏ ਤੇ ਰਾਜਪੂਤ ਰੈਜੀਮੈਂਟਾਂ ਡੋਗਰੇ ਵੀ ਗਏ ਤੇ ਹੋਰ ਕਈ ਬਲੋਚ ਵੀ ਗਏ। ਇੰਡੀਆ ਬੜਾ ਵੱਡਾ, ਵੱਖਰੇ ਵੱਖਰੇ ਇਲਾਕੇ 'ਚ ਉਹਨਾਂ ਨੇ ਮਿਲਟਰੀ ਭਰਤੀ ਕੀਤੀ ਹੋਈ ਸੀ। ਪਰ ਸਾਰੀ ਮਿਲਟਰੀ ਨੂੰ, ਇੰਡੀਆ ਦੀ ਸਾਰੀ ਆਰਮੀ ਜਿੰਨੀ ਅੰਗਰੇਜ਼ਾਂ ਦੇ ਥੱਲੇ ਸੀ, ਉਹਨਾਂ ਨੂੰ ਹੁਕਮ ਦਿੱਤਾ ਵੀ ਜੈਕਾਰਾ ਇੱਕੋ ਹੀ ਬੁਲਾਉਣਾ ਹੈ, ਸਤਿ ਸ੍ਰੀ ਅਕਾਲ। ਹੁਣ ਜਿਹੜੇ ਸਿੰਘ ਸੀਗੇ ਉਹਦਾ ਬੜੇ ਗੱਜ ਕੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਉਹ ਗਜਾਉਂਦੇ ਸੀ। ਉਹ ਜਿਹੜੇ ਨੇਪਾਲੀ ਸੀ ਨਾ ਵਿਚਾਰੇ, ਉਹ ਨੇਪਾਲੀਆਂ ਕੋਲੋਂ ਆਵੇ ਨਾ, ਉਹ ਕਹੇ ਸਤਿ ਸ੍ਰੀ ਅਕਾਲ, ਉਹਨਾਂ ਦੀ ਚੀਕ ਜੀ ਨਿਕਲ ਜਾ ਕਰੇ। ਤੋ ਕਹਿੰਦੇ ਉਹ ਅਗਲੇ ਜਿਹੜੇ ਸੀ ਸਮਝ ਜਾ ਕਰਨ ਬਈ ਇਹ ਨਕਲੀ ਨੇ। ਕਹਿੰਦੇ ਉਹਨਾਂ ਨੂੰ ਪਤਾ ਲੱਗ ਜਾ ਕਰੇ ਵੀ ਇਹ ਤੇ ਨਕਲੀ ਨੇ। ਜਦੋਂ ਸਿੰਘ ਗਜਾਇਆ ਕਰਨ ਸਤਿ ਸ੍ਰੀ ਅਕਾਲ, ਉਹ ਕਹਿਣ ਹੁਣ ਅਸਲੀ ਆ ਗਏ। ਕਹਿੰਦੇ ਦੁਸ਼ਮਣ ਦੇ ਇੰਨਾ ਜੈਕਾਰੇ ਦਾ ਪ੍ਰਭਾਵ ਪੈਂਦਾ। ਜਦੋਂ ਸਿੱਖਾਂ ਨੇ ਵੇਖਿਆ ਵੀ ਹੁਣ ਗੁਰੂ ਤੋਂ ਬਿਨਾਂ ਸਾਡੀ ਕੋਈ ਸਹਾਇਤਾ ਨਹੀਂ, ਤਾਂ ਉਹਨਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਂ ਦਾ ਜੈਕਾਰਾ ਗਜਾਇਆ। ਪਏ ਸਨਦਬਦ ਪਟ ਸਾਰੇ, ਕਹਿੰਦੇ ਸਾਰੇ ਸਿੰਘ ਤਿਆਰ ਪਰ ਤਿਆਰ, ਕਮਰ ਕਸੇ ਲੱਗ ਗਏ, ਸ਼ਾਸਤਰ ਬਸਤਰ ਸਜਾ ਲਏ। ਜੈਕਾਰੇ ਨੇ ਹੌਸਲਾ ਦੇਤਾ, ਜੈਕਾਰੇ ਨੇ ਇੰਨਾ ਬਲ ਦੇਤਾ ਵੀ ਹੁਣ ਸਾਨੂੰ ਕੋਈ ਰੁਕੋ, ਕਿਹੜੀ ਤਾਕਤ ਹੈ ਰੋਕ ਲਵੇ। ਹੁਣ ਤੇ ਅਸੀਂ ਨਾ ਪਹਾੜਾਂ ਨੂੰ ਫੂਕ ਮਾਰ ਕੇ ਉਡਾ ਦਈਏ, ਇੰਨੀ ਤਾਕਤ ਆ ਗਈ ਸਿੱਖਾਂ ਦੇ ਵਿੱਚ। ਸਕਲ ਸਮਾਜ ਬਿਲੋਕ ਸੰਭਾਰੇ, ਕਹਿੰਦੇ ਸਾਰਾ ਸਾਜ ਸਮਾਜ ਜਿੰਨਾ ਵੀ ਸੀ ਉਹਨਾਂ ਨੇ ਆਪਣਾ ਇਕੱਠਾ ਕੀਤਾ, ਆਪਣਾ ਸਮਾਨ ਚੁੱਕਿਆ, ਘੋੜਿਆਂ ਦੇ ਕਾਠੀਆਂ ਪਾਈਆਂ, ਲੰਗਰ ਦੇ ਭਾਂਡੇ ਟਿੰਡੇ ਜੋ ਵੀ ਨਾਲ ਲਿਆਏ ਸੀ, ਛੋਟਾ ਮੋਟਾ ਨਿੱਕੜ ਸੁੱਕੜ ਸਾਰਾ ਸਾਂਭ ਲਿਆ ਤੇ ਆਪਣਾ ਦਲ ਤੋਰ ਦਿੱਤਾ ਉੱਥੋਂ। ਕੋਰਨ ਪਰ ਹੈ ਕੈ ਅਸਵਾਰਾ, ਤੇ 500 ਸਿੱਖ ਘੋੜਿਆਂ ਤੇ ਸਵਾਰ ਹੋ ਗਏ। ਤੁਰਤ ਪਿਆਨੇ ਬਜਿਓ ਨਗਾਰਾ, ਤੇ ਫਟਾਫਟ ਨਗਾਰਿਆਂ ਤੇ ਚੋਭਾਂ ਲਾ ਦਿੱਤੀਆਂ। ਨਗਾਰਾ ਵੱਜ ਗਿਆ ਗੁਰੂ ਦੀ ਫੌਜ ਦਾ। ਚਲੋ ਦੇਖੀ ਜਾਏਗੀ ਜੋ ਹੋਵੇਗੀ, ਕਹਿੰਦੇ ਗੁਰੂ ਨਾਲ ਹੈ। ਇੰਨਾ ਹੌਸਲਾ ਸਿੱਖਾਂ ਨੂੰ ਹੋ ਗਿਆ। ਖੜਸੈ ਤੁਰੰਗ ਬਜਤ ਹੈ ਪੌਰ, ਤੇ 600 ਘੋੜਿਆਂ ਦੇ ਪੌੜ ਧਰਤੀ ਤੇ ਵੱਜਣ ਲੱਗ ਪਏ। 600 ਕਿਉਂ? 500 ਦੇ ਸਿੱਖਾਂ ਦੇ ਆਪਣੇ ਘੋੜੇ ਸੀਗੇ ਤੇ 100 ਘੋੜਾ ਨਵਾਂ ਇੱਕ ਸੁਦਾਗਰ ਗੁਰੂ ਕਾ ਸਿੱਖ ਗੁਰੂ ਸਾਹਿਬ ਨੂੰ ਦੇਣ ਜਾ ਰਿਹਾ ਸੀ। ਉਹਨੇ ਦੀਵਾਨ ਆਨੰਦ ਚੰਦ ਨੂੰ ਉੱਥੇ ਉਹ ਘੋੜੇ ਅਰਦਾਸੇ ਕਰਾਤੇ ਸੀ, ਉਹ ਵੀ ਲੈ ਕੇ ਆਉਣੇ ਸੀ ਨਾਲ। ਇੱਦਾਂ 600 ਘੋੜੇ ਤੇ 500 ਸਿੱਖ ਨਗਾਰਿਆਂ ਨਗਾਸ਼ਾਨਾਂ ਦੇ ਨਾਲ ਚੱਲ ਪਏ। ਛੋਰ ਤੁਫੰਗਨ ਗਨ ਤਿਸ ਠੋਰ, ਬਹੁਤ ਸਾਰੀਆਂ ਬੰਦੂਕਾਂ ਦੇ ਨਾਲ ਹਵਾਈ ਫਾਇਰ ਕਰਤੇ ਵੀ ਦੁਸ਼ਮਣ ਨੂੰ ਪਤਾ ਲੱਗ ਜੇ ਵੀ ਜੇ ਆਏ ਤਾਂ ਅਸੀਂ ਲਿਹਾਜ਼ ਕੋਈ ਨਹੀਂ ਕਰਾਂਗੇ। ਕਹਿੰਦੇ ਮਾਰਨ ਨਾਲੋਂ ਡਰਾਉਣਾ ਹੀ ਬੜਾ ਹੁੰਦਾ।
ਜਦੋਂ ਗੋਲੀਆਂ ਦੇ ਫੈਰ ਹੋਏ ਨਾ, ਉਹਨਾਂ ਨੇ ਆਖਿਆ ਵੀ ਇਹਨਾਂ ਕੋਲ ਬੰਦੂਕਾਂ ਨੇ, ਇਹ ਵੀ ਮਾਰਨਗੇ। ਉਹਨਾਂ ਨੂੰ ਵੀ ਭੈ ਹੋ ਗਿਆ। ਹੈਨ ਕੁਦਾਵਤ ਆਗੇ ਗਏ। ਕਹਿੰਦੇ ਆਪਣੇ ਘੋੜਿਆਂ ਨੂੰ ਕੁਦਾਂਦੇ ਹੋਏ, ਨਚਾਉਂਦੇ ਹੋਏ, ਟਪੂਸੀਆਂ ਮਰਵਾਉਂਦੇ ਸੂਰਮੇ ਅੱਗੇ ਚੱਲ ਪਏ। ਕਾਟਾ ਜਾਏ ਬਲੋਕਤ ਪਏ। ਉਥੋਂ 4-5 ਕਿਲੋਮੀਟਰ ਦੇ ਉੱਤੇ ਹੀ ਅੱਗੇ ਘਾਟਾ ਸੀਗਾ, ਜਿੱਥੋਂ ਉਹ ਲੰਘਣਾ ਸੀ। ਉਹ ਘਾਟਾ ਵੇਖਿਆ। ਕੁਛ ਇਖਦ ਹੀ ਆਏ ਪਹਾੜੀ। ਉਸ ਘਾਟੇ ਨੂੰ ਰੋਕਣ ਵਾਸਤੇ ਜਿਹੜੇ ਪਹਾੜੀਏ ਲਾਏ ਸੀ ਨਾ ਭੀਮ ਚੰਦ ਹੋਰਾਂ ਨੇ, ਰਾਜਾ ਫਤਿਹ ਸ਼ਾਹ ਹੋਰਾਂ ਨੇ, ਉਹ ਥੋੜੇ ਹੀ ਬੰਦੇ ਪਹੁੰਚ ਸਕੇ ਸੀ ਅਜੇ, ਬਾਕੀਆਂ ਨੇ ਅਜੇ ਆਉਣਾ ਸੀ। ਪਾਛੇ ਆਵਤ ਉਮੜੇ ਭਾਰੀ। ਥੋੜੇ ਜਿਹੇ ਪਹਾੜੀਏ ਅੱਗੇ ਪਹੁੰਚ ਗਏ ਸੀ ਤੇ ਬਾਕੀ ਅਜੇ ਪਿੱਛੋਂ ਬਹੁਤ ਵੱਡਾ ਦਲ ਉਹਨਾਂ ਦਾ ਤੁਰਿਆ ਆਉਂਦਾ ਸੀ। ਨੰਦ ਚੰਦ ਅਵਲੋਕ ਆਨੰਦਿਓ। ਕਹਿੰਦੇ ਜਦੋਂ ਦੀਵਾਨ ਆਨੰਦ ਚੰਦ ਨੇ ਸਾਰਾ ਮਾਜਰਾ ਵੇਖਿਆ, ਉਹਨੇ ਵੇਖ ਲਿਆ ਵੀ ਕੋਈ ਗੱਲ ਨਹੀਂ, ਇਹਨਾਂ ਨੂੰ ਆਪਾਂ ਹੁਣ ਵੇਖ ਲਵਾਂਗੇ। ਉਹਨਾਂ ਦਾ ਦਿਲ ਵੱਧ ਗਿਆ ਤੇ ਬੜਾ ਖੁਸ਼ ਹੋਇਆ ਦੀਵਾਨ ਆਨੰਦ ਚੰਦ। ਲੈ ਗੁਰੂ ਨਾਮ ਬੰਦ ਕਰ ਬੰਦਿਓ। ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ, ਧੰਨ ਬਾਜਾਂ ਵਾਲੇ ਸਤਿਗੁਰੂ, ਧੰਨ ਗੁਰੂ ਨਾਨਕ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਇਹਦਾ ਗੁਰੂ ਸਾਹਿਬਾਂ ਦਾ ਨਾਂ ਲੈ ਕੇ ਦੋਵੇਂ ਹੱਥ ਜੋੜ ਕੇ ਦੀਵਾਨ ਨੇ ਨਮਸਕਾਰ ਕੀਤੀ, ਅਰਦਾਸ ਕੀਤੀ। ਚੜ੍ਹਤਿਓ ਬਿਲਮ ਲਗਤ ਕੁਛ ਔਰ। ਕਹਿੰਦੇ ਜੇ ਚੜ੍ਹਦਿਆਂ ਕੁਝ ਦੇਰ ਹੀ ਲੱਗ ਜਾਂਦੀ ਤੋ ਮਿਲ ਜਾਤ ਸੁਬਟ ਇਸ ਠੋਰ। ਜੇ ਅਸੀਂ ਥੋੜਾ ਜਿਹਾ ਹੋਰ ਉਡੀਕ ਲੈਂਦੇ ਵੀ ਠਹਿਰ ਕੇ ਚੱਲਨੇ ਆ, ਤਾਂ ਦੁਸ਼ਮਣ ਨੇ ਸਾਨੂੰ ਘੇਰ ਲੈਣਾ ਸੀ। ਜਿਮ ਪਪੀਲਕਾ ਲਾਗਿਓ ਲਾਰਾ। ਜਦੋਂ ਦੀਵਾਨ ਆਨੰਦ ਚੰਦ ਨੇ ਪਿਛਾ ਮੁੜ ਕੇ ਵੇਖਿਆ ਤਾਂ ਪਹਾੜ ਦੇ ਵਿੱਚ ਹਜ਼ਾਰਾਂ ਹੀ ਫੌਜਾਂ ਆ ਰਹੀਆਂ, ਪਹਾੜੀਆਂ ਦੀਆਂ, ਜਿਵੇਂ ਕੀੜੀਆਂ ਨਹੀਂ ਲੈਣ ਲਾ ਕੇ ਤੁਰਦੀਆਂ। ਪਪੀਲਕਾ ਕਹਿੰਦੇ ਕੀੜੀਆਂ ਨੂੰ। ਕੀੜੀਆਂ ਕਦੀ ਦੇਖੋ ਨਾ, ਉਹ ਇੱਕ ਸਿੱਧੀ ਲਾਈਨ 'ਚ ਤੁਰਦੀਆਂ, ਇੱਕ ਦੇ ਪਿੱਛੇ ਦੂਜੀ ਲੰਮੀ ਲਾਈਨ ਲਾ ਲੈਂਦੀਆਂ। ਕਹਿੰਦੇ ਉੱਥੇ ਕਿਉਂਕਿ ਥਾਂ ਥੋੜ੍ਹੀ ਹੈ ਨਾ ਗੰਗਾ ਦੇ ਕਿਨਾਰੇ ਤੇ, ਉਹ ਪਹਾੜੀ ਇਹ ਘੋੜਾ ਅੱਗੇ ਅੱਗੇ ਪਿੱਛੇ ਕਰਕੇ ਤੇ ਲਾਰਾ ਲਾਈ ਆਉਂਦੇ ਹਨ। ਬਹੁਤ ਹਜ਼ਾਰਾਂ ਹੀ ਆਈ ਜਾਂਦੇ ਹਨ। ਆਵਤ ਵੀਰ ਬਿਲੰਦ ਹਜ਼ਾਰਾ। ਹਜ਼ਾਰਾਂ ਹੀ ਯੋਧੇ ਪਹਾੜੀਆਂ ਤੇ ਸੂਰਮੇ ਆ ਰਹੇ ਨੇ ਸਿੱਖਾਂ ਨੂੰ ਮਾਰਨ ਵਾਸਤੇ। ਘਾਟਾ ਰੁਕਤ ਹੋਤ ਤਰਕਾਈ। ਕਹਿੰਦੇ ਜੇ ਘਾਟਾ ਰੁਕ ਜਾਂਦਾ, ਯਾਨੀ ਇਹ ਫੌਜਾਂ ਜਿਹੜੀਆਂ ਪਿੱਛੇ ਆ ਰਹੀਆਂ ਨੇ ਅੱਗੇ ਪਹੁੰਚ ਜਾਂਦੀਆਂ, ਫੇਰ ਬਹੁਤਾ ਔਖਾ ਹੋ ਜਾਣਾ ਸੀ। ਤੋ ਮੁਸ਼ਕਲ ਹਮ ਉਲੰਘਨ ਪਾਈ। ਦੀਵਾਨ ਆਨੰਦ ਚੰਦ ਦਇਆ ਰਾਮ ਜੀ ਨੂੰ ਕਹਿੰਦਾ, ਪੰਡਿਤ ਜੀ ਜੇ ਆਹ ਘਾਟਾ ਰੁਕ ਜਾਂਦਾ ਫਿਰ ਆਪਣਾ ਨਿਕਲਣਾ ਮੁਸ਼ਕਲ ਸੀ, ਆਪਾਂ ਮਾਰੇ ਜਾਣਾ ਸੀ ਇੱਥੇ ਸਾਰਿਆਂ ਨੇ। ਆਨ ਪਏ ਸਤਿਗੁਰੂ ਸਹਾਈ। ਧੰਨ ਕਲਗੀਆਂ ਵਾਲੇ ਪਾਤਸ਼ਾਹ, ਉਹਨਾਂ ਨੇ ਆਪ ਸਹਾਇਤਾ ਕੀਤੀ ਹੈ ਵੀ ਪਹਾੜੀ ਥੋੜੇ ਹੀ ਆਏ ਨੇ ਸਾਹਮਣੇ, ਜੇ ਆਪਾਂ ਇਹਨਾਂ ਦੇ ਇੱਕ ਵਾਰੀ ਹੱਲਾ ਕਰੀਏ ਤੇ ਇਹ ਭੱਜ ਜਾਣਗੇ ਤੇ ਆਪਾਂ ਇੱਥੋਂ ਨਿਕਲ ਚੱਲਾਂਗੇ। ਮਤਹੀਨੇ ਕੀਨੇ ਰਿਪਰਾਈ। ਕਹਿੰਦਾ ਇਹ ਭੀਮ ਚੰਦ, ਫਤਿਹ ਸ਼ਾਹ ਪਹਾੜੀਏ ਕੱਚੇ ਨਿਕਲੇ ਹਨ, ਇਹ ਗੁਰੂ ਘਰ ਦੇ ਦੋਖੀ ਬਣ ਗਏ ਹਨ। ਇਮਲਖ ਨਿਜ ਸੁਬਟਨ ਲਲਕਾਰਿਓ। ਇਹਦਾ ਵਿਚਾਰ ਕੇ ਪੰਡਿਤ ਦਇਆ ਰਾਮ ਜੀ ਤੇ ਦੀਵਾਨ ਆਨੰਦ ਚੰਦ ਜੀ ਨੇ ਆਪਣੇ 500 ਸਿੱਖਾਂ ਨੂੰ ਲਲਕਾਰਿਆ। ਛਤਰਨ ਦਲ ਕੁਛ ਅਲਪ ਨਿਹਾਰਿਓ। ਕਹਿਣ ਲੱਗੇ ਖਾਲਸਾ ਜੀ, ਦੁਸ਼ਮਣ ਦੀ ਫੌਜ ਥੋੜੀ ਹੈ ਸਾਹਮਣੇ, ਹੱਲਾ ਕਰੋ ਤੇ ਚੀਰ ਕੇ ਨਿਕਲ ਚਲੋ। ਹਤ ਹੋਤ ਫੰਗਨ ਤੁਰਤ ਪਲਾਵਹਿ। ਫਟਾਫਟ ਗੋਲੀਆਂ ਸਿੱਧੀਆਂ ਚਲਾਓ ਤੇ ਇਹ ਡਰ ਕੇ ਭੱਜ ਜਾਣਗੇ। ਜੋ ਬਿਨ ਮੋਹ ਤੋ ਅਰਗਨ ਆਵਹਿ। ਜੇ ਤੁਸੀਂ ਥੋੜੀ ਜਿਹੀ ਵੀ ਦੇਰ ਕੀਤੀ, 10 ਮਿੰਟ ਵੀ ਦੇਰੀ ਹੋ ਗਈ ਤੇ ਪਿੱਛੋਂ ਦੁਸ਼ਮਣ ਹੋਰ ਆ ਜਾਵੇਗਾ, ਫਿਰ ਆਪਾਂ ਨੂੰ ਲੰਘਣਾ ਮੁਸ਼ਕਲ ਹੋਵੇਗਾ। ਸਤਿਗੁਰ ਪਏ ਸਹਾਇ ਤੁਮਾਰੇ। ਖਾਲਸਾ ਜੀ ਤੁਹਾਡੀ ਗੁਰੂ ਨੇ ਸਹਾਇਤਾ ਕੀਤੀ ਹੈ, ਗੁਰੂ ਤੁਹਾਡੇ ਅੰਗ ਸੰਗ ਹੈ, ਜਿਹਨੇ ਆਹ ਦੁਸ਼ਮਣ ਨੂੰ ਰਾਹ ਰੋਕਣ ਦਾ ਟਾਈਮ ਨਹੀਂ ਦਿੱਤਾ। ਇਮ ਕਹਿ ਤਨ ਤੇ ਸਰਗਨ ਮਾਰੇ। ਇਸ ਤਰ੍ਹਾਂ ਕਹਿ ਕੇ ਦੀਵਾਨ ਆਨੰਦ ਚੰਦ ਨੇ ਆਪਣੇ ਕਮਾਨ ਚੋਂ ਤੀਰ ਛੱਡਣੇ ਸ਼ੁਰੂ ਕੀਤੇ। ਛੁੱਟੀ ਤਫੰਗਨ ਪਾਪਟ ਪੇਰੇ। ਔਰ ਸਿੱਖਾਂ ਨੇ ਵੀ ਕਾੜ ਕਾੜ ਕਰਦੀਆਂ ਗੋਲੀਆਂ ਦੁਸ਼ਮਣ ਵੱਲ ਸਿੱਧੀਆਂ ਚਲਾ ਦਿੱਤੀਆਂ। ਹੇਲਾ ਕਰਿਓ ਮਿਲੇ ਤਿਸ ਬੇਰੇ। ਔਰ ਹੱਲਾ ਕਰਕੇ ਉਧਰ ਨੂੰ ਜਾ ਪਹੁੰਚੇ ਜਿੱਧਰ ਉਹਨਾਂ ਨੇ ਘਾਟਾ ਰੋਕਿਆ ਹੋਇਆ ਸੀ। ਨੰਦ ਚੰਦ ਲੈ ਵੀਰ ਵਡੇਰੇ। ਦੀਵਾਨ ਆਨੰਦ ਚੰਦ 94 ਯੋਧਿਆਂ ਨੂੰ ਨਾਲ ਲੈ ਕੇ, ਜਿਹੜੇ ਬੜੇ ਹੌਸਲੇ ਵਾਲੇ ਦਲੇਰ ਸੂਰਬੇ ਸੀ ਗੁਰੂ ਦੀ ਫੌਜ ਵਿੱਚ, ਉਹਨਾਂ ਨੂੰ ਅੱਗੇ ਕੀਤਾ। ਭਇਓ ਅਗਰ ਤਰ ਤੀਰ ਕਨੇਰੇ। ਉਹ ਬੜੇ ਹੌਸਲੇ ਨਾਲ ਦੀਵਾਨ ਆਨੰਦ ਚੰਦ ਸਭ ਤੋਂ ਅੱਗੇ ਆਪ ਹੋਇਆ। ਜਹੇ ਪਹਾੜੀਏ ਤੁਪਕ ਚਲਾਵਹਿ। ਜਿੱਥੇ ਪਹਾੜੀਏ ਗੋਲੀਆਂ ਚਲਾਉਂਦੇ ਸੀ, ਤਿਨ ਕੇ ਸਮਖ ਚਲੇ ਸਭ ਜਾਵਹਿ। ਉਹਨਾਂ ਦੇ ਸਾਹਮਣੇ ਚਲੇ ਜਾਂਦੇ, ਦੌੜੇ ਜਾਂਦੇ ਸਿੱਖ ਬੜੇ ਹੌਸਲੇ ਨਾਲ। ਪਾਛੇ ਦਇਆ ਰਾਮ ਹੋਏ ਠਾਂਡੋ। 500 ਸਿੱਖਾਂ ਦੇ ਜਥੇ ਦੇ ਅਗਲੇ ਪਾਸੇ ਤਾਂ ਦੀਵਾਨ ਆਨੰਦ ਚੰਦ ਜੀ ਖਲੋ ਗਏ ਤੇ ਪਿਛਲੇ ਪਾਸੇ ਪੰਡਿਤ ਦਇਆ ਰਾਮ ਜੀ।
ਫੌਜ ਦੀ ਦੋਵੇਂ ਪਾਸੇ ਕਮਾਨ ਸੰਭਾਲਣੀ ਪੈਣੀ ਸੀ ਨਾ। ਪਿੱਛੋਂ ਵੀ ਦੁਸ਼ਮਣ ਆ ਰਿਹਾ ਸੀ, ਅੱਗੇ ਵੀ ਰਾਹ ਰੋਕੀ ਬੈਠੇ ਸਨ। ਅੱਗੇ ਦੀਵਾਨ ਨੰਦ ਚੰਦ ਜੀ ਨੇ ਗੋਲੀ ਦੁਸ਼ਮਣ ਤੇ ਚਲਾਣੀ ਸ਼ੁਰੂ ਕਰ ਦਿੱਤੀ ਤੇ ਪਿਛਲੇ ਪਾਸੇ ਪੰਡਤ ਦਇਆ ਰਾਮ ਜੀ ਛੋਰੇ ਤੀਰ ਵੀਰ ਬਰਗਾਡੋ। ਬੜੇ ਸੂਰਮੇ ਦੋਵੇਂ ਹੀ, ਦੀਵਾਨ ਨੰਦ ਚੰਦ ਤੇ ਦਇਆ ਰਾਮ ਬੜੇ ਨਾਮੀ ਯੋਧੇ ਸਨ। ਗਿਰਪਤ ਸੈਨਾ ਪਹੁੰਚੀ ਜਹ ਜਹ। ਜਿੱਥੇ ਜਿੱਥੇ ਪਹਾੜੀਆਂ ਦੀ ਫੌਜ ਪਹੁੰਚੀ ਸੀ ਰਾਹ ਰੋਕਣ ਵਾਸਤੇ, ਚਲਹਿ ਤੁਪਕ ਪਿਖ ਠਾਂਡੀ ਤਹ ਤਹ। ਕਹਿੰਦੇ ਉੱਥੇ ਹੀ ਗੋਲੀ ਚੱਲਦੀ ਸੀ, ਠਾ ਠਾ ਹੋ ਰਹੀ ਸੀ। ਸਨਮੁਖ ਹਤਨ ਲਗੇ ਸਭ ਗੋਰੀ। ਸਾਹਮਣੇ ਉਹ ਗੋਲੀਆਂ ਦੋਵਾਂ ਪਾਸਿਆਂ ਤੋਂ ਚੱਲਣ ਲੱਗ ਪਈਆਂ। ਹੋਏ ਇਕੱਤਰ ਸੇ ਨਿਜ ਨਿਜ ਓਰੀ। ਕਹਿੰਦੇ ਜਿੰਨੇ ਸਿੱਖ ਸਾਹਮਣੇੋਂ ਇਕੱਠੇ ਹੋ ਕੇ ਗੋਲੀਆਂ ਚਲਾ ਰਹੇ ਸਨ। ਬੰਦਹੇ ਟੋਲ ਕਰਹਿਗੇ ਰਣ ਕੋ। ਕਹਿੰਦੇ ਜਦੋਂ ਉਹਨਾਂ ਨੇ ਵੇਖਿਆ ਵੀ ਹੁਣ ਟੋਲਾ ਵੱਜ ਗਿਆ, ਲੜਾਈ ਕਰਨਗੇ, ਲਾਰਾ ਪਰਿਓ ਹਟਿਓ ਰਿਪ ਗਣ ਕੋ। ਪਹਾੜੀਆਂ ਨੇ ਵੇਖਿਆ ਇਹ ਤਾਂ ਇਕੱਠੇ ਹੋ ਕੇ ਪੈ ਗਏ, ਅਸੀਂ ਮਾਰੇ ਜਾਵਾਂਗੇ, ਅਸੀਂ ਥੋੜੇ ਆ। ਸਿੱਖਾਂ ਨੇ ਤਾਂ ਸਿੱਧੀਆਂ ਚਲਾਣੀਆਂ ਸ਼ੁਰੂ ਕਰਤੀਆਂ ਨੇ, ਇਹ ਤਾਂ ਸਾਨੂੰ ਮਾਰ ਦੇਣਗੇ। ਉਹ ਜਿਹੜੇ ਪਹਾੜੀਏ ਸੀ ਨਾ ਅਗਲੇ ਪਾਸੇ, ਉਹ ਫਿਰ ਉੱਥੋਂ ਪਿਛਾਂ ਨੂੰ ਖਿਸਕਣੇ ਸ਼ੁਰੂ ਹੋ ਗਏ, ਉਹਨਾਂ ਦੇ ਪੈਰ ਹਿੱਲਣੇ ਸ਼ੁਰੂ ਹੋ ਗਏ। ਜੇ ਘਾਟੇ ਪਰ ਪਹੁੰਚਤ ਪਏ। ਕਹਿੰਦੇ ਜਿਹੜੇ ਘਾਟੇ ਤੇ ਪਹੁੰਚ ਗਏ ਤਈ ਤਹ ਇਕੱਠੇ ਹੋਏ ਗਏ। ਉਹ ਉੱਥੇ ਇਕੱਠੇ ਹੋ ਗਏ ਸਾਰੇ ਪਹਾੜੀਏ। ਹਮ ਟਿਕ ਨਹਿ ਸਹਾਇਤਾ ਆਈ। ਆਪਸ 'ਚ ਗੱਲਾਂ ਕਰਦੇ ਪਹਾੜੀਏ ਜਿਹੜੇ ਉੱਥੇ ਸਨ ਅਗਲੇ ਪਾਸੇ। ਪਿੱਛੇ ਤਾਂ ਬਹੁਤ ਫੌਜ ਸੀ ਪਹਾੜੀਆਂ ਦੀ, ਪਰ ਅੱਗੇ ਥੋੜੇ ਸੀ। ਉਹ ਜਿਹੜੇ ਥੋੜੇ ਸੀ ਨਾ, ਉਹ ਆਪਸ 'ਚ ਗੱਲਾਂ ਕਰਦੇ, ਕਹਿੰਦੇ ਸਾਡੇ ਕੋਲ ਅਜੇ ਮਦਦ ਨਹੀਂ ਪਹੁੰਚੀ, ਪਿਛਲੀ ਫੌਜ ਅਜੇ ਆਈ ਨਹੀਂ ਤੇ ਆਪਾਂ ਇਕੱਲੇ ਹੀ ਕਾਬੂ ਆ ਜਾਣਾ, ਆਪਾਂ ਇੱਥੇ ਮਾਰਿਆ ਜਾਣਾ ਹੈ। ਗੁਰਦਲ ਨੇ ਕਰ ਬਲ ਅਟਕਾਈ। ਗੁਰੂ ਦੀ ਫੌਜ ਨੇ ਪਿਛਲੀ ਫੌਜ ਰੋਕ ਲਈ ਹੈ ਸਾਡੀ, ਤੇ ਅਸੀਂ ਥੋੜੇ ਰਹਿ, ਅਸੀਂ ਸਿੱਖਾਂ ਹੱਥੋਂ ਮਾਰੇ ਜਾਵਾਂਗੇ। ਇਮ ਵਿਚਾਰ ਕਰ ਤਰਾਸ ਬਿਡੇਰਾ। ਇਹ ਸੋਚ ਕੇ ਜਿਹੜੇ ਸਾਹਮਣੇ ਵਾਲੇ ਸੀ ਨਾ ਘਾਟਾ ਰੋਕਣ ਵਾਲੇ, ਉਹ ਡਰ ਗਏ। ਸਤਿਗੁਰ ਦਲ ਕੋ ਰਖਿਓ ਕਨੇਰਾ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਦਲ ਦੀ ਆਪ ਹੀ ਪੈਜ ਰੱਖ ਲਈ। ਸਨਮੁਖ ਆਵਤ ਚਲਿਓ ਹਮਾਰੇ। ਕਹਿੰਦੇ ਉਹ ਸੋਚਦੇ ਨੇ ਪਹਾੜੀਏ ਵੀ ਇਹ ਤਾਂ ਸਿੱਖ ਹੌਸਲੇ ਨਾਲ ਸਾਡੇ ਵੱਲ ਤੁਰੇ ਆਉਂਦੇ ਆ ਤੇ ਗੋਲੀਆਂ ਸਿੱਧੀਆਂ ਛੱਡਦੇ ਹਨ। ਬ੍ਰਿੰਦ ਤੁਫੰਗਨ ਕਰਤ ਪ੍ਰਹਾਰੇ। ਬਹੁਤ ਬੰਦੂਕਾਂ ਚਲਾ ਰਹੇ ਹਨ। ਨਹਿ ਕਾਟੇ ਪਰ ਹਮ ਤੇ ਰੁਕੈ। ਇਹ ਸਾਡੇ ਕੋਲ ਰੁਕਣੇ ਨਹੀਂ ਘਾਟੇ ਦੇ ਉੱਤੇ, ਇਹਨਾਂ ਨੇ ਸਾਨੂੰ ਮਾਰ ਕੇ ਨਦੀ 'ਚ ਰੋੜ ਦੇਣਾ ਤੇ ਆਪ ਅੱਗੇ ਲੰਘ ਜਾਣਾ। ਗਨ ਗੋਰੀ ਮਾਰਹਿ ਨਹਿ ਚੁਕੈ। ਇਹਨਾਂ ਦੀ ਗੋਲੀ ਵੀ ਨਿਸ਼ਾਨੇ ਤੇ ਵੱਜਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਕਾਜੀ ਨੂਰ ਮੁਹੰਮਦ ਹੋਇਆ ਸਾਧ ਸੰਗਤ ਜੀ, ਉਹ ਵੱਡੇ ਘੱਲੂ ਘਾਰੇ ਵੇਲੇ ਅਹਿਮਦ ਸ਼ਾਹ ਅਬਦਾਲੀ ਦੇ ਨਾਲ 6ਵੇਂ ਹਮਲੇ 'ਚ ਆਇਆ ਸੀ। ਉਹ ਕਹਿੰਦਾ ਇਹ ਸਿੱਖ ਜਿਹੜੇ ਨਾ, ਇਹਨਾਂ ਦੀ ਗੋਲੀ ਹਨੇਰੇ ਵਿੱਚ ਵੀ ਨਿਸ਼ਾਨੇ ਤੇ ਜਾ ਵੱਜਦੀ ਹੈ। ਇਹ ਗੱਲ ਉਸ ਉਧਰ ਦੇ ਅਫਗਾਨਿਸਤਾਨ ਦੇ ਕਾਜੀ ਨੇ ਲਿਖੀ ਹੈ। ਉਹਦਾ ਕਾਰਨ ਕੀ ਹੈ? ਨਿਸ਼ਾਨਾ ਉਹਦਾ ਲੱਗਦਾ ਜਿਹਦਾ ਧਿਆਨ ਜੁੜਿਆ ਹੋਵੇ। ਤੇ ਸਿੱਖ ਅੰਮ੍ਰਿਤ ਵੇਲੇ ਬਾਣੀ ਪੜ੍ਹਦੇ, ਨਿਤਨੇਮ ਕਰਦੇ ਆ, ਸੁਰਤੀ ਕਾਗਰ ਹੁੰਦੀ, ਆਪੇ ਹੀ ਨਿਸ਼ਾਨਾ ਵੱਜਦਾ। ਉਹ ਪਹਾੜੀਏ ਵੀ ਕਹਿੰਦੇ ਨੇ, ਕਹਿੰਦੇ ਗੋਲੀ ਬੜੀ ਡਾਢੀ ਮਾਰਦੇ ਹਨ ਸਿੱਖ। ਕਿਉ ਨਾਹਕ ਤੁਮ ਦੇਤੇ ਪ੍ਰਾਣ। ਇੱਕ ਦੂਜੀ ਨੂੰ ਪਹਾੜੀਏ ਕਹਿਣ ਲੱਗੇ, ਕਹਿੰਦਾ ਨਿਕਲੋ ਚੱਲੋ ਇੱਥੋਂ, ਕਿਉਂ ਐਵੇਂ ਮਰਦੇ ਹੋ ਬਿਨਾਂ ਮਤਲਬ ਦੇ, ਅਣਆਈ ਮੌਤ ਨਾ ਮਰੀਏ, ਨਿਕਲ ਚੱਲੀਏ ਆਪਣੀਆਂ ਜਾਨਾਂ ਬਚਾਈਏ। ਇੱਕ ਦਿਸ਼ ਥਿਰ ਹੋ ਬਨੇ ਸਬਦਾਨ। ਇੱਕ ਪਾਸੇ ਹੋ ਕੇ ਖੜ ਜਾਈਏ ਸਾਵਧਾਨ ਹੋ ਕੇ, ਜੇ ਲੰਘਦੇ ਨੇ ਤੇ ਲੰਘ ਜਾਣ ਦਈਏ ਸਿੱਖਾਂ ਨੂੰ। ਮੰਗਦੇ ਹੋ ਚੋਰੇ ਚਲੇ ਇਹ ਜਾਵੇ। ਕਹਿੰਦੇ ਇਹਨਾਂ ਦਾ ਰਸਤਾ ਛੱਡ ਦਿਓ, ਇਹ ਨਿਕਲ ਜਾਣਗੇ, ਫਿਰ ਆਪਾਂ ਨੂੰ ਕੁਛ ਨਹੀਂ ਕਹਿਣਗੇ। ਰੁਕਹੇ ਤਬਹੇ ਜਬ ਗਿਰਪਤ ਆਵੇ। ਇਹਨਾਂ ਨੂੰ ਤਾਂ ਸਿਰਫ ਰਾਜਾ ਭੀਮ ਚੰਦ ਹੀ ਰੋਕ ਸਕਦਾ, ਜਾਂ ਪਿਛਲੀ ਫੌਜ ਰੋਕ ਸਕਦੀ ਹੈ, ਸਾਡੇ ਵੱਸਦੇ ਨਹੀਂ ਹਨ। ਆਪਾਂ 500-400 ਬੰਦੇ ਆ, ਇਹਨਾਂ ਨੂੰ ਕਿਵੇਂ ਰੋਕਾਂਗੇ? ਹਮ ਹੈ ਅਲਪ ਰਹਿਓ ਦਲ ਪਾਛੇ। ਅਸੀਂ ਥੋੜੇ ਆ, ਸਿੱਖ ਜਿਹੜੇ ਨੇ ਜ਼ਿਆਦਾ ਨੇ, ਉਹਨਾਂ ਦੇ ਪਿੱਛੇ ਸਾਡੀ ਫੌਜ ਜਿਹੜੀ ਉਹ ਦੂਰ ਰਹਿ ਗਈ ਹੈ। ਜਿੰਨੇ ਚਿਰ ਨੂੰ ਸਾਡੀ ਫੌਜ ਨੇ ਪਹੁੰਚਣਾ, ਉਹਨੇ ਚਿਰ ਨੂੰ ਸਿੱਖਾਂ ਨੇ ਸਾਨੂੰ ਮਾਰ ਕੇ ਨਦੀ 'ਚ ਰੋੜ ਦੇਣਾ ਹੈ। ਕਿਮ ਇਨ ਸੰਦਰ ਬੋ ਚਿਤ ਬਾਂਛੇ। ਇਹਨਾਂ ਦੇ ਨਾਲ ਕਿਵੇਂ ਲੜਨ ਦੀ ਇੱਛਾ ਕਰਦੇ ਹੋ? ਛੱਡੋ ਯਾਰੋ, ਆਪਾਂ ਆਪਣੀ ਜਾਨ ਬਚਾਈਏ। ਆਪਾਂ ਕੀ ਲੈਣਾ? ਵੇਖੀ ਜਾਏਗੀ, ਰਾਜਾ ਨੂੰ ਕਹਿ ਦਿਆਂਗੇ ਵੀ ਨਿਕਲ ਗਏ ਸੀ,
ਆਪਣੀ ਜਾਨ ਬਚਾਉਣ ਦੀ ਸਿਪਾਹੀ ਪਿਛਾਂਹ ਹਟਣੇ ਸ਼ੁਰੂ ਹੋ ਗਏ। ਜਹ ਜਹ ਹੁਤੇ ਪਏ ਥਿਰ ਤਹਾ। ਕਹਿੰਦੇ ਜਿੱਥੇ ਜਿੱਥੇ ਸੀ ਉੱਥੇ ਉੱਥੇ ਪਿਛਾਂਹ ਹੋ ਕੇ ਖਲੋ ਗਏ, ਝਾੜੀਆਂ ਵਿੱਚ ਲੁਕ ਗਏ ਪਹਾੜੀਏ। ਰਣ ਪਰਬੇ ਤੇ ਸੁਖ ਚਤ ਮਹਾ। ਲੜਾਈ ਤੋਂ ਡਰਦੇ ਨੇ, ਸੰਕੋਚ ਕਰਦੇ ਨੇ, ਲੜਨ ਦਾ ਹੌਸਲਾ ਨਹੀਂ ਹੈ ਉਹਨਾਂ ਦੇ ਵਿੱਚ। ਪਟ ਘਾਟੇ ਪਰ ਗਿਨ ਇਮ ਕਟੀ ਗਟੀ। ਸੋ ਸਾਧ ਸੰਗਤ ਜੀ, ਉਹਨਾਂ ਦੇ ਪਹਾੜੀਆਂ ਦੇ ਯੋਧਿਆਂ ਨੇ ਆਪਸ ਵਿੱਚ ਸਲਾਹ ਕਰਕੇ ਰਸਤਾ ਛੱਡ ਦਿੱਤਾ। ਲਟੀ ਤੀਰ ਮਗ ਛੋੜਨ ਠੱਟੀ। ਕਹਿੰਦੇ ਘਾਟਾ ਛੱਡ ਕੇ ਉਹ ਪਰਾਂ ਹੋ ਗਏ। ਹਟ ਹਟ ਸਨੇ ਸਨੇ ਪਛਵਾਈ। ਗੋਲੀਆਂ ਵੀ ਮਾੜੀਆਂ ਮੋਟੀਆਂ ਚਲਾਉਂਦੇ ਰਹੇ ਤੇ ਪਿਛਾਂ ਨੂੰ ਹਟਦੇ ਰਹੇ ਵੀ ਤਾਂ ਕਿ ਸਿੱਖ ਨਿਕਲ ਜਾਣ। ਰਾਖੀ ਤਿਆਰ ਨੂੰ ਤਬਕ ਚਲਾਈ। ਬੰਦੂਕਾਂ ਤਿਆਰ ਕਰਕੇ ਰੱਖੀਆਂ, ਬਹੁਤੀਆਂ ਚਲਾਈਆਂ ਨਹੀਂ ਉਹਨਾਂ ਨੇ। ਮਤ ਹਮਰੇ ਉਪਰ ਅਰ ਆਵੈ। ਇਹ ਸੋਚ ਕੇ ਵੀ ਜੇ ਅਸੀਂ ਗੋਲੀ ਚਲਾਈ ਤੇ ਸਿੱਖ ਸਿੱਧਾ ਹੀ ਸਾਨੂੰ ਪੈ ਜਾਣਗੇ ਤੇ ਮਾਰ ਦੇਣਗੇ। ਤਬ ਇੱਕ ਬਾਰ ਮਾਰ ਹਟਕਾਵੈ। ਜੇ ਸਾਨੂੰ ਮਾਰ ਕੇ ਸੁੱਟ ਕੇ ਫਿਰ ਸਾਡੇ ਬੱਚੇ ਰੋਣਗੇ, ਆਪਾਂ ਨੂੰ ਕੀ ਲੋੜ ਆ ਬਿਨਾਂ ਆਈ ਮੌਤ ਮਰੀਏ। ਪਟਨ ਆਗਲੇ ਜਬ ਅਸ ਕਰੀ। ਜਦੋਂ ਅਗਲੇ ਯੋਧਿਆਂ ਨੇ, ਪਹਾੜੀਆਂ ਨੇ ਇਸ ਤਰ੍ਹਾਂ ਕੀਤਾ, ਰਸਤਾ ਛੱਡ ਦਿੱਤਾ। ਪਿਛਲੀ ਚੰਮੂ ਸੁਥਲ ਥਲ ਥਰੀ। ਤੇ ਜਿਹੜੀ ਪਿਛਲੀ ਥਾਂ ਫੌਜ ਸੀ ਨਾ, ਉਹ ਆਪਣੀ ਥਾਂ ਤੇ ਖਲੋਤੀ ਰਹਿ ਗਈ, ਕਿਉਂਕਿ ਉਹਨਾਂ ਕੋਲ ਵੀ ਬਹੁਤੇ ਘੋੜੇ ਭਜਾਉਣ ਦੀ ਥਾਂ ਨਹੀਂ ਸੀ। ਇੱਕ ਇੱਕ ਘੋੜਾ ਹੀ ਲੰਘਦਾ ਸੀ। ਇੱਕ ਘੋੜਾ ਜਿਵੇਂ ਅੱਜ ਕੱਲ੍ਹ ਆਪਣੇ GT ਰੋਡ ਤੇ ਬਹੁਤੀਆਂ ਕਾਰਾਂ ਹੋ ਜਾਂਦੀਆਂ, ਜਾਮ ਲੱਗ ਜਾਂਦਾ, ਉਹ ਕਿੱਥੇ ਜਾਣ? ਅੱਗੇ ਰਸਤਾ ਹੋਏਗਾ ਤੇ ਜਾਣਾ ਨਾ। ਉੱਦਾਂ ਹੀ ਉਹ ਤਾਂ ਬਹੁਤ ਛੋਟਾ ਰਸਤਾ, ਉੱਥੇ ਤਾਂ ਸਿਰਫ ਇੱਕ ਘੋੜਾ ਹੀ ਲੰਘਦਾ ਮਸੀਂ, ਦੂਜਾ ਆਏਗਾ ਤੇ ਉਹਨੇ ਬਰਾਬਰ ਜਾ ਨਹੀਂ ਸਕਦਾ। ਥੋੜ੍ਹੀ ਥਾਂ ਸੀ, ਇਸ ਕਰਕੇ ਉਹ ਪਿੱਛੇ ਹੀ ਖਲੋਤੇ ਰਹਿ ਗਏ ਤੇ ਅਗਲਿਆਂ ਕੋਲੋਂ ਸਿੱਖ ਰੋਕੇ ਨਾ ਗਏ। ਇਸ ਤਰ੍ਹਾਂ ਸਿੱਖਾਂ ਨੂੰ ਰਸਤਾ ਮਿਲ ਗਿਆ। ਤੁਪਕ ਦੂਰ ਤੇ ਖਰੇ ਚਲਾਵੇ। ਬਸ ਦੂਰੋਂ ਬੰਦੂਕਾਂ ਚਲਾਈ ਜਾਂਦੇ, ਕਿਸੇ ਦੀ ਲੱਗਦੀ ਕਿਸੇ ਦੀ ਨਹੀਂ ਲੱਗਦੀ। ਗਮਨਤ ਲਖੇ ਨਾ ਆਗੇ ਆਵੇ। ਕਹਿੰਦੇ ਅੱਗੇ ਨਹੀਂ ਆਉਂਦੇ ਡਰਦੇ ਮਾਰੇ। ਇਮ ਪਹਾੜੀਅਤ ਜਮ ਮਤ ਮਾਰੀ। ਇਸ ਤਰ੍ਹਾਂ ਪਹਾੜੀਆਂ ਦੀ ਗੁਰੂ ਨੇ ਹੀ ਮੱਤ ਮਾਰਤੀ, ਬੁੱਧੀ ਤੇ ਪੜਦਾ ਪਾਤਾ, ਉਹਨਾਂ ਨੂੰ ਸੁਝਿਆ ਹੀ ਨਹੀਂ ਹੁਣ ਕੀ ਕਰੀਏ, ਘਬਰਾ ਗਏ ਪਹਾੜੀਏ। ਕੋ ਭੂਪਤ ਨਹਿ ਜਿਨਹੁ ਮਜਾਰੀ। ਕਿਉਂਕਿ ਸਾਰੇ ਫੌਜੀ ਸਨ, ਉਹਨਾਂ ਦੇ ਕੋਈ ਰਾਜਾ ਤਾਂ ਹੈ ਨਹੀਂ ਸੀ, ਕੋਈ ਉਹਨਾਂ ਦਾ ਜਨਰਲ ਤਾਂ ਹੈ ਨਹੀਂ ਸੀ ਜਿਹਦਾ ਕੋਈ ਉਹਨਾਂ ਨੂੰ ਅੱਗੇ ਦੱਸ ਕੇ ਲੜਾਉਂਦਾ। ਉਹ ਸਿਪਾਹੀ ਦੌੜਾਤੇ ਵੀ ਸਿੱਖਾਂ ਨੂੰ ਰੋਕੋ। ਉਹਨਾਂ ਵਿਚਾਰਿਆਂ ਨੂੰ ਕੌਣ ਹੌਸਲਾ ਦੇਵੇ? ਉਹ ਆਪੋ ਆਪਣੀ ਥਾਂ ਤੇ ਠਠੰਬਰ ਗਏ। ਨੰਦ ਚੰਦ ਪਟ ਬ੍ਰਿੰਦ ਆਨੰਦਿਓ। ਦੀਵਾਨ ਆਨੰਦ ਚੰਦ ਜੀ, ਪੰਡਿਤ ਦਇਆ ਰਾਮ ਜੀ ਤੇ ਸਾਰੀ ਫੌਜ ਗੁਰੂ ਦੀ ਖੁਸ਼ ਹੋਈ। ਜੈ ਪ੍ਰਾਪਤ ਰਿਪ ਬਿਨਾ ਨਿਕੰਦਿਓ। ਕਹਿੰਦੇ ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ, ਧੰਨ ਤੁਸੀਂ ਬਿਨਾਂ ਲੜਿਆ ਹੀ ਖਾਲਸੇ ਨੂੰ ਜਿੱਤ ਦਵਾ ਦਿੱਤੀ ਹੈ, ਫਤਿਹ ਦਵਾ ਦਿੱਤੀ ਹੈ। ਪੁੰਜਤ ਫੰਗਨ ਚਲੇ ਚਲਾਵਤ। ਗੁਰੂ ਕੇ ਸਿੱਖ ਬੰਦੂਕਾਂ ਚਲਾਉਂਦੇ ਤੁਰ ਪਏ। ਸਾਵਧਾਨ ਘਾਟੇ ਮਗ ਜਾਵਤ। ਬੜੇ ਸਾਵਧਾਨ ਹੋ ਕੇ ਉਸ ਘਾਟੇ ਥਾਣੀ ਲੰਘਦੇ ਹਨ। ਪਿਖੇ ਬਹਾਰੀ ਅਰਹਿ ਨਾ ਕੋਈ। ਪਹਾੜੀਏ ਵੇਖਦੇ ਤਾਂ ਨਾ ਸਿੱਖਾਂ ਨੂੰ ਲੰਘਦਿਆਂ ਹੋਇਆ ਉੱਥੋਂ, ਪਰ ਰੋਕਣ ਦੀ ਕੋਸ਼ਿਸ਼ ਨਹੀਂ ਕਰਦੇ। ਖਟ ਸੈ ਸੁਬਟ ਗੋਲ ਇੱਕ ਹੋਈ। ਕਹਿੰਦੇ ਇਸ ਤਰ੍ਹਾਂ 600 ਯੋਧੇ, 600 ਘੋੜੇ ਲੰਘ ਗਏ। ਸਭ ਵਸਤੂ ਕਰ ਆਪਨ ਮਜਾਰੀ। ਜਿਹੜਾ ਸਮਾਨ ਗੁਰੂ ਮਹਾਰਾਜ ਨੇ ਭੇਜਿਆ ਸੀ ਫਤਿਹ ਸ਼ਾਹ ਦੀ ਬੇਟੀ ਵਾਸਤੇ 1.25 ਲੱਖ ਰੁਪਈਏ ਦਾ, ਉਹ ਵੀ ਚੁੱਕ ਕੇ ਲਿਆਂਦਾ ਵਾਪਸ, ਉਹ ਵੀ ਨਹੀਂ ਦੇ ਕੇ ਆਏ। ਗਮਨਤ ਕਾਟੇ ਉਲਗ ਅਗਾਰੀ। ਔਰ ਘਾਟਾ ਬੜੀ ਮੁਸ਼ਕਲ ਦੇ ਨਾਲ ਸਿੱਖਾਂ ਨੇ ਪਾਰ ਕਰ ਲਿਆ। ਕੋ ਛਤਰੂ ਹੋਏ ਸਕਿਓ ਨਾ ਨੇਰੇ। ਗੁਰੂ ਮਹਾਰਾਜ ਦੀ ਐਸੀ ਕਿਰਪਾ ਹੋਈ ਵੀ ਭਾਵੇਂ ਉਹਨਾਂ ਨੇ ਇਰਾਦਾ ਤਾਂ ਬਣਾਇਆ ਸੀ ਵੀ ਸਾਰੇ ਸਿੱਖ ਮਾਰ ਦੇਣੇ ਆ ਜਾਂ ਇਹਨਾਂ ਦੇ ਘੋੜੇ ਖੋਹ ਲੈਣੇ ਆ, ਪਰ ਉਹ ਨੇੜੇ ਵੀ ਨਹੀਂ ਆ ਸਕੇ। ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ। ਸਿਰ ਉਪਰ ਠਾਡਾ ਗੁਰ ਸੂਰਾ, ਨਾਨਕ ਤਾਕੇ ਕਾਰਜ ਪੂਰਾ। ਸਤਿਗੁਰੂ ਜੀ ਨੇ ਆਪ ਕਿਰਪਾ ਕਰਕੇ ਆਪਣੇ ਸਿੱਖਾਂ ਦਾ ਰਸਤਾ ਖੋਲ ਦਿੱਤਾ। ਤਬ ਅਰਨ ਹੋਏ ਕਹਾ ਅਗੇਰੇ। ਕਹਿੰਦੇ ਜੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਇੰਨਾ ਮਨ 'ਚ ਭੈ ਪਾਤਾ ਵੀ ਉਹ ਤਾਂ ਖਲੋਤੇ ਹੀ ਨਹੀਂ, ਲੜਨਾ ਤਾਂ ਕਿਹਨੇ ਸੀ ਸਿੱਖਾਂ ਨਾਲ। ਸਕਲ ਸੰਭਾਰਤ ਉਲਗਦ ਘਾਟਾ। ਸਾਰਾ ਸਮਾਨ, ਸਾਰੇ ਘੋੜੇ, ਸਾਰਾ ਕੁਝ ਲੈ ਕੇ ਦੀਵਾਨ ਆਨੰਦ ਚੰਦ 500 ਸਿੱਖਾਂ ਸਮੇਤ ਘਾਟਾ ਲੰਘ ਆਇਆ। ਸੁਬਟ ਥਰੇ ਤਬ ਕਰਨ ਜੋ ਠਾਟਾ। ਕਹਿੰਦੇ ਜਿਹੜੇ ਸਭ ਬੰਨ ਕੇ ਸੂਰਮੇ ਤੁਰੇ, ਬੜੇ ਤਰੀਕੇ ਨਾਲ ਉੱਥੋਂ ਨਿਕਲ ਆਏ। ਸਨੇ ਸਨੇ ਸਭ ਆਪਨ ਬਹੀਰ। ਸਹਿਜੇ ਸਹਿਜੇ ਆਪਣੀ ਵਹੀਰ ਨੂੰ ਆਪਣਾ ਲਾਰਾ ਲੈ ਕੇ ਦੀਵਾਨ ਚੰਦ ਆਨੰਦ ਚੰਦ ਤੁਰਿਆ ਆਇਆ। ਕਰਹਿ ਚਲਾਵਨ ਵੀਰ ਸਦੀਰ। ਬੜੇ ਧੀਰ ਜਵਾਨ ਯੋਧੇ ਸਨ ਦੀਵਾਨ ਆਨੰਦ ਚੰਦ ਜੀ ਤੇ ਪੰਡਿਤ ਦਇਆ ਰਾਮ ਜੀ।
ਬੜੀ ਧੀਰਜ ਨਾਲ ਆਪਣੀ ਫੌਜ ਨੂੰ ਔਖੀ ਥਾਂ ਤੋਂ ਕੱਢ ਕੇ ਲੈ ਆਏ। ਪਾਛੇ ਦਇਆ ਰਾਮ ਕਰ ਟੋਲ, ਅੱਗੇ ਦੀਵਾਨ ਆਨੰਦ ਚੰਦ ਸੀ ਤੇ ਸਭ ਤੋਂ ਪਿੱਛੇ ਪੰਡਤ ਦਇਆ ਰਾਮ ਸੀ। ਸਨੇ ਸਨੇ ਆਵਤ ਬੜ ਬੋਲ, ਔਰ ਜਕਾਰੇ ਜਾਂਦੇ ਹੋਏ ਇੱਕ ਦੂਜੀ ਨੂੰ ਦੱਸਦੇ ਹੋਏ ਇਦਾਂ ਕਰੋ ਕਿਉਂਕਿ ਜਰਨਲ ਨਹੀਂ ਦੱਸਣਾ ਹੁੰਦਾ ਫੌਜ ਨੂੰ। ਜਰਨੈਲ ਸਿਆਣਾ ਹੋਵੇ ਤੇ ਔਖੀ ਘਾਟੀ ਚੋਂ ਬਚਾ ਲੈਂਦਾ। ਗੁਰੂ ਸਾਹਿਬ ਦੀ ਕਿਰਪਾ ਸੀ ਤੇ ਇਹ ਦੋਵੇਂ ਸਿਆਣੇ ਯੋਧੇ ਸਨ। ਫੌਜ ਨੂੰ ਲੈ ਆਏ ਬਚਾ ਕੇ। ਨਿਜ ਬਲ ਕੋਜ ਨਾਏ ਕਰ ਭਲੇ, ਔਰ ਆਪਣਾ ਬਲ ਜਿਤਾ ਕੇ ਆਏ। ਇਹ ਨਹੀਂ ਵੀ ਡਰ ਕੇ ਆਏ, ਹੱਥ ਜੋੜ ਕੇ ਆਏ, ਮਿੰਨਤਾਂ ਤਰਲੇ ਕਰਕੇ ਨਹੀਂ ਆਏ, ਬਲਕਿ ਦੁਸ਼ਮਣ ਦੇ ਸਾਹਮਣੇ ਲਲਕਾਰੇ ਮਾਰਦੇ ਹੋਏ, ਜੈਕਾਰੇ ਜਾਂਦੇ ਹੋਏ, ਦੁਸ਼ਮਣ ਵੱਲ ਗੋਲੀਆਂ ਚਲਾਉਂਦੇ ਹੋਏ, ਤੀਰ ਚਲਾਉਂਦੇ ਹੋਏ ਆਏ ਹਨ। ਸਭ ਨੇ ਸੰਭਾਲਤ ਆਗੂ ਚਲੇ, ਕਹਿੰਦੇ ਸਾਰੀ ਫੌਜ ਨੂੰ ਇਹ ਦੋਵੇਂ ਆਗੂ ਸੰਭਾਲ ਕੇ ਲੈ ਆਏ। ਕਹਿ ਕਹਿ ਸਤਿਗੁਰ ਕੋ ਜੈਕਾਰ, ਗੁਰੂ ਦੇ ਨਾਂ ਦੇ ਜੈਕਾਰੇ ਗਜਾਉਂਦੇ ਸਨ। ਤੁਨ ਉੱਚੀ ਸਭ ਕੇ ਸ਼ਰੁਤ ਡਾਰ, ਤਾਂ ਕਿ ਦੁਸ਼ਮਣ ਨੂੰ ਪਤਾ ਲੱਗ ਜਾਵੇ, ਦੁਸ਼ਮਣ ਭੈ ਭੀਤ ਹੋ ਜਾਵੇ। ਜੈਕਾਰਾ ਜਦੋਂ ਗਜਾਈਦਾ ਨਾ ਤੇ ਦੁਸ਼ਮਣ ਦਾ ਉਦਾਂ ਹੀ ਹੌਸਲਾ ਪਸਤ ਹੋ ਜਾਂਦਾ। ਲੜਾਈ ਕਰਨ ਦੀ ਲੋੜ ਨਹੀਂ ਪੈਂਦੀ, ਜੈਕਾਰਾ ਹੀ ਗਜਾ ਦਿਓ ਤੇ ਮੋਰਚਾ ਫਤਿਹ ਹੋ ਜਾਂਦਾ। ਆਖੋ ਸਤਿਨਾਮ ਸ੍ਰੀ। ਇਹ ਕਈ ਵਾਰੀ ਸਾਧ ਸੰਗਤ ਜੀ ਇਦਾਂ ਹੁੰਦਾ ਵੇਖਿਆ ਅਸੀਂ ਆਪ ਵੀ ਜੈਕਾਰਾ ਗਜਾ ਦਿਓ, ਅਗਲਾ ਸੋਚੀ ਪੈ ਜਾਂਦਾ ਵੀ ਇਹਦਾ ਤਿਆਰ ਬਰ ਤਿਆਰ ਨੇ, ਇਹਨਾਂ ਦੇ ਨੇੜੇ ਨਾ ਜਾਓ। ਇਸ ਤਰ੍ਹਾਂ ਜੈਕਾਰੇ ਗਜਾਉਂਦੇ ਹੋਏ ਗੁਰੂ ਕੇ ਸਿੱਖ ਨਿਕਲ ਆਏ। ਘਾਟਾ ਨਿਕਸਤ ਪੰਥ ਪਿਆਨੇ, ਉਹ ਘਾਟਾ ਜਿਹੜਾ ਬੜਾ ਖਤਰਨਾਕ ਸੀ ਉਹ ਟੱਪ ਗਏ ਤੇ ਪੌਂਟੇ ਸਾਹਿਬ ਦੇ ਰਾਹ ਪੈ ਗਏ। ਅਰੇ ਪਹਾੜੀ ਗੋਰ ਨਹਾਨੇ, ਜਿਹੜੇ ਪਹਾੜੀਏ ਅੜੇ ਉਹ ਗੋਲੀਆਂ ਨਾਲ ਮਾਰ ਸੁੱਟੇ। ਕਿਤਕ ਮਰੇ ਕਾ ਤੁਰ ਪਿਖ ਡਰੇ, ਕਈ ਮਰ ਗਏ ਤੇ ਜਿਹੜੇ ਬੁਝਦਿਲ ਸਨ ਉਹਨਾਂ ਮਰਿਆ ਹੋਇਆਂ ਨੂੰ ਵੇਖ ਕੇ ਡਰ ਗਏ। ਜਦੋਂ ਨਾਲ ਦੇ ਬੰਦੇ 2-4 ਮਰ ਜਾਣ, ਬਾਕੀ 2-4 ਦਾ ਉਦਾਂ ਹੀ ਹੌਸਲਾ ਵੀ ਮੇਰੀ ਵਾਰੀ ਆ ਜਾਣੀ ਸੀ, ਜੇ ਮੈਂ ਅੱਗੇ ਹੁੰਦਾ ਮੈਨੂੰ ਗੋਲੀ ਲੱਗ ਜਾਣੀ ਸੀ, ਮੇਰਾ ਕੀ ਬਣਨਾ ਸੀ। ਨਾਲ ਦਿਆਂ ਨੂੰ ਮਰਿਆਂ ਨੂੰ ਵੇਖ ਕੇ ਉਹ ਡਰ ਗਏ। ਸ਼੍ਰੋਣਤ ਲਿਬਟੇ ਪੂਤਲ ਪਰੇ, ਲਹੂ ਨਾਲ ਲਿਬੜੇ ਧਰਤੀ ਤੇ ਪਏ ਹਨ। ਜੇ ਕਾਇਲ ਆਪਣੇ ਹੋਏ ਗਏ, ਜਿਹੜੇ ਆਪਣੇ ਬੰਦੇ ਜ਼ਖਮੀ ਹੋਏ ਸਨ ਸਿੱਖਾਂ ਦੇ, ਤਿਨਹੁ ਉਠਾਏ ਸੰਗ ਸਭ ਲਏ, ਉਹਨਾਂ ਨੂੰ ਨਾਲ ਲਿਆਂਦਾ ਘੋੜਿਆਂ ਤੇ ਸੰਭਾਲ ਕੇ। ਵਿਜੈ ਪਾਏ ਆਏ ਚੱਲ ਦੂਰ, ਤੇ ਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਪਹਿਲੀ ਜਿੱਤ ਪਾ ਕੇ ਗੁਰੂ ਕੇ ਸਿੱਖ ਦੀਵਾਨ ਆਨੰਦ ਚੰਦ ਜੀ ਤੇ ਪੰਡਤ ਦਇਆ ਰਾਮ ਜੀ ਪੌਂਟਾ ਸਾਹਿਬ ਵੱਲ ਆ ਰਹੇ ਨੇ। ਜਾਣਿਓ ਹਾਜ਼ਰ ਗੁਰੂ ਹਜੂਰ, ਤੇ ਮਨ 'ਚ ਪੱਕਾ ਭਰੋਸਾ ਹੋ ਗਿਆ ਵੀ ਗੁਰੂ ਸਾਡੇ ਅੰਗ ਸੰਗ, ਗੁਰੂ ਮੇਰੇ ਸੰਗ ਸਦਾ ਹੈ ਨਾਲ। ਇੰਜ ਲੱਗਦਾ ਸੀ ਵੀ ਕਲਗੀਧਰ ਪਾਤਸ਼ਾਹ ਘੋੜੇ ਤੇ ਸਵਾਰ ਨੇ ਤੇ ਆਕਾਸ਼ ਮਾਰਗ 'ਚ ਸਾਡੇ ਸਿਰ ਦੇ ਉੱਤੇ ਜਾ ਰਹੇ ਨੇ ਨਾਲ। ਇਦਾਂ ਲੱਗਦਾ ਸੀ ਸਿੱਖਾਂ ਨੂੰ। ਕਰਮ ਕਰਮ ਸਕਲ ਪੰਥ ਉਲੰਘਾਏ, ਔਰ ਕਰਮ ਕਦਮ ਕਦਮ ਸਾਰਾ ਪੈਂਡਾ ਲੰਘ ਕੇ ਨਗਰ ਪਾਵਟਾ ਗੜ ਨਹਿਰਾਏ, ਸ੍ਰੀ ਪੌਂਟਾ ਸਾਹਿਬ ਦੇ ਨੇੜੇ ਆ ਗਏ। ਦੁਦੰਬ ਉੱਚੀ ਤੁਨੀ ਬਜਾਵਤ, ਨਗਾਰਾ ਉੱਚੀ ਧੁਨ ਵਿੱਚ ਵਜਾ ਰਹੇ ਸਨ ਸਿੱਖ। ਨਿਕਟ ਦੂਰ ਕੇ ਨਰਨ ਸੁਨਾਵਤ, ਦੂਰ ਨੇੜੇ ਜਿੰਨੀ ਫੌਜ ਸੀ, ਜਿੰਨੇ ਗੁਰੂ ਕੇ ਸਿੱਖ ਸੀ, ਲੋਕ ਸੀ, ਸੁਣ ਰਹੇ ਸੀ। ਕਲਗੀਧਰ ਪਾਤਸ਼ਾਹ ਦੀਆਂ ਫੌਜਾਂ ਦੇ ਨਗਾਰੇ ਵੱਜ ਰਹੇ ਸਨ। ਪਹੁੰਚੇ ਸਤਿਗੁਰ ਕਹੈ ਜੈਕਾਰਾ, ਔਰ ਗੁਰੂ ਦੇ ਨਾਂ ਦਾ ਜੈਕਾਰਾ ਗਜਾਉਂਦੇ ਹੋਏ ਪੌਂਟੇ ਸਾਹਿਬ ਪਹੁੰਚ ਗਏ। ਉਤਰ ਪਰੈ ਸਗਲੇ ਅਸਵਾਰਾ, ਸਾਰੀ ਫੌਜ ਉੱਥੇ ਉਤਰੀ ਹੈ ਘੋੜਿਆਂ ਤੋਂ। ਪ੍ਰਭੂ ਨਿਕਟ ਜਬ ਸੁਧ ਪਹੁੰਚਾਈ, ਮਹਾਰਾਜ 10ਵੇਂ ਪਾਤਸ਼ਾਹ ਦੇ ਕੋਲ ਖਬਰ ਭੇਜੀ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ 500 ਯੋਧੇ ਜਿਹੜੇ ਰਾਜੇ ਫਤਿਹ ਸ਼ਾਹ ਦੀ ਬੇਟੀ ਲਈ ਤੰਬੋਲ ਲੈ ਕੇ ਗਏ ਸੀ, ਪੰਡਤ ਦਇਆ ਰਾਮ ਜੀ ਦੀਵਾਨ ਆਨੰਦ ਚੰਦ ਜੀ ਦੀ ਅਗਵਾਈ ਵਿੱਚ ਵਾਪਸ ਪੌਂਟਾ ਸਾਹਿਬ ਆ ਗਏ ਨੇ। ਸੁਨ ਦੀਵਾਨ ਤਿਜ ਲਏ ਬੁਲਾਈ, ਸਤਿਗੁਰੂ ਜੀ ਨੇ ਉਸੇ ਵੇਲੇ ਕਿਹਾ ਜਾਓ ਪੰਡਤ ਜੀ ਨੂੰ ਤੇ ਦੀਵਾਨ ਜੀ ਨੂੰ ਬੁਲਾ ਕੇ ਲਿਆਓ। ਸੰਗ ਸੁਬਟਨ ਸਮੂਹ ਸਿਧਾਰਿਓ, ਪੰਡਤ ਦਇਆ ਰਾਮ ਜੀ ਅਤੇ ਦੀਵਾਨ ਆਨੰਦ ਚੰਦ ਜੀ ਨਾਲ ਯੋਧਿਆਂ ਨੂੰ ਲੈ ਕੇ ਸਤਿਗੁਰਾਂ ਨੂੰ ਉਸੇ ਵੇਲੇ ਮਿਲਣ ਪਹੁੰਚੇ ਹਨ। ਮੁਦਤ ਸਭਨ ਗੁਰ ਦਰਸ ਨਿਹਾਰਿਓ, ਬੜੀ ਖੁਸ਼ੀ ਨਾਲ ਸਿੱਖਾਂ ਨੇ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕੀਤੇ। ਸ਼ੁਕਰਾਨਾ ਕੀਤਾ ਸਤਿਗੁਰੂ ਜੀ ਆਪ ਜੀ ਬੜੇ ਦਿਆਲੂ ਕਿਰਪਾਲੂ ਮਿਹਰਾਂ ਦੇ ਸਾਈਂ ਹੋ। ਸਾਨੂੰ ਅੱਜ ਉਸ ਜਗ੍ਹਾ ਤੋਂ ਬਚਾ ਕੇ ਲਿਆਇਓ ਜਿੱਥੇ ਬਚਣ ਦੀ ਕੋਈ ਆਸ ਉਮੀਦ ਨਹੀਂ ਸੀ, ਜਿੱਥੋਂ ਸਾਡੀਆਂ ਹੱਡੀਆਂ ਵੀ ਵਾਪਸ ਨਹੀਂ ਸੀ ਆ ਸਕਦੀਆਂ, ਉੱਥੋਂ ਤੁਸੀਂ ਸਾਨੂੰ ਮਹਾਰਾਜ ਬਚਾ ਕੇ ਲਿਆਏ ਹੋ। ਇੱਦਾਂ ਸਤਿਗੁਰਾਂ ਦਾ ਸ਼ੁਕਰਾਨਾ ਕੀਤਾ ਹੈ।
ਪਦ ਅਰ ਬਿੰਦਨ ਪਰ ਸਿਰ ਧਰ ਧਰ। ਮਹਾਰਾਜ ਦੇ ਚਰਨ ਕਮਲਾਂ ਤੇ 500 ਸਿੱਖ ਮੱਥਾ ਟੇਕ ਰਹੇ ਨੇ, ਚਰਨਾਂ ਤੇ ਸਿਰ ਧਰ ਧਰ ਕੇ ਨਮਸਕਾਰਾਂ ਕਰਦੇ ਨੇ। ਮੁਖ ਕੋ ਨਿਰਖਤ ਮੁਦ ਅਰ ਪਰ ਪਰ। ਮਹਾਰਾਜ ਦਾ ਚਿਹਰਾ ਵੇਖਦੇ ਨੇ, ਖੁਸ਼ ਹੁੰਦੇ ਨੇ, ਪ੍ਰਸੰਨ ਹੁੰਦੇ ਨੇ। ਮੁਸਕਾਵਤ ਸੁੰਦਰ ਦੁੱਤ ਦੇਤ। ਮਹਾਰਾਜ ਜਦੋਂ ਮੁਸਕਰਾਉਂਦੇ ਸੀ ਕਲਗੀਧਰ ਪਾਤਸ਼ਾਹ ਜੀ, ਤੇ ਉਹਨਾਂ ਦੇ ਸਾਧ ਸੰਗਤ ਜੀ ਬੁੱਲਾਂ 'ਚੋਂ ਫੁੱਲ ਖਿੜਦੇ ਸਨ। ਬੜੀ ਸੁੰਦਰਤਾ ਸੀ। ਮਹਾਰਾਜ ਸਾਰੇ ਸੰਸਾਰ ਦੀ ਜੇ ਸੁੰਦਰਤਾ ਇਕੱਠੀ ਕਰ ਲਈਏ ਨਾ, ਕਵੀ ਭਾਈ ਸੰਤੋਖ ਸਿੰਘ ਜੀ ਇੱਕ ਜਗ੍ਹਾ ਤੇ ਲਿਖਿਆ ਹੈ, ਜੇ ਸਾਰੇ ਸੰਸਾਰ ਦੀ ਸੁੰਦਰਤਾ, ਸਾਰੇ ਸੰਸਾਰ ਦੀ ਹੁਸਨ ਜਵਾਨੀ ਇਕੱਠੀ ਹੋਵੇ ਤੇ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਦੇ ਨੋਹ ਦੇ ਬਰਾਬਰ ਵੀ ਨਹੀਂ ਹੋ ਸਕਦੀ। ਇੰਨੇ ਸੁੰਦਰ ਸਤਿਗੁਰੂ ਪਾਤਸ਼ਾਹ ਜੀ ਹਨ। ਬੋਲੇ ਸਤਿਗੁਰ ਆਦਰ ਹੇਤ। ਮਹਾਰਾਜ ਕਲਗੀਧਰ ਪਾਤਸ਼ਾਹ ਆਪਣੇ ਯੋਧਿਆਂ ਦਾ ਆਦਰ ਬੜਾ ਕਰਿਆ ਕਰਦੇ ਸਨ। ਮਹਾਰਾਜ ਨੇ ਤੇ ਆਪਣੇ ਸਿੱਖਾਂ ਨੂੰ ਆਪਣਾ ਹੀ ਰੂਪ ਕਿਹਾ ਨਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਮਹਾਰਾਜ ਆਦਰ ਦੇ ਲਈ, ਸਤਿਕਾਰ ਦੇ ਲਈ ਇਉਂ ਬੋਲੇ ਹਨ। ਆਵਹੋ ਦੇਜ ਦੀਵਾਨ ਦੇਹੋ ਸੁਧ ਕੋ। ਮਹਾਰਾਜ ਕਹਿੰਦੇ ਆਓ ਪੰਡਿਤ ਜੀ, ਤੈ ਰਾਮ ਜੀ, ਆਓ ਦੀਵਾਨ ਜੀ, ਤੁਸੀਂ ਦੱਸੋ ਕਿਵੇਂ ਜੀ ਖਬਰ ਲੈ ਕੇ ਆਏ ਹੋ। ਪਰਖਿਓ ਜਥਾ ਗਰੇਸ਼ਵਨ ਬੁੱਧ ਕੋ। ਪਹਾੜੀਆਂ ਦੀ ਬੁੱਧੀ ਵੇਖ ਲਈਏ ਕਿਹੋ ਜੀ ਹੈ। ਕੱਚੀ ਬੁੱਧੀ ਹੈ, ਕੱਚੀ ਮਾਤਾ ਹੈ ਪਹਾੜੀਆਂ ਦੀ। ਵੇਖ ਕੇ ਆਏ ਹੋ ਤੁਸੀਂ, ਦੇਖ ਆਏ ਹੋ, ਪਰਖ ਆਏ ਹੋ। ਹਾਂਜੀ। ਕਿਮ ਸਨਮਾਨ ਤੁਮਾਰੋ ਰਾਖਾ। ਪੰਡਤ ਜੀ ਸੁਣਾਓ, ਰਾਜਾ ਫਤਿਹ ਸ਼ਾਹ ਨੇ ਤੁਹਾਡਾ ਮਾਣ ਸਨਮਾਨ ਕੀਤਾ ਕਿ ਨਹੀਂ ਕੀਤਾ। ਆਵਤ ਜਾਤ ਕਹਾ ਬਚ ਪਾਖਾ। ਜਦੋਂ ਤੁਸੀਂ ਗਏ ਹੋ ਤੇ ਤੁਹਾਨੂੰ ਕਿੱਦਾਂ ਮਿਲਿਆ, ਕਿੱਦਾਂ ਉਹਨੇ ਬਚਨ ਵਿਲਾਸ ਕੀਤੇ ਨੇ। ਜਦੋਂ ਤੁਸੀਂ ਆਏ ਹੋ ਵਾਪਸ, ਉਦੋਂ ਕਿੱਦਾਂ ਦਾ ਵਿਹਾਰ ਕੀਤਾ ਹੈ। ਭੀਮ ਚੰਦ ਕਹਿਲੂਰੀ ਗਇਓ। ਤੇ ਇਧਰੋਂ ਭੀਮ ਚੰਦ ਕਹਿਲੂਰੀਆ ਵੀ ਆਪਣੇ ਮੁੰਡੇ ਨੂੰ ਵਿਆਹਣ ਲਈ ਉੱਥੇ ਗਿਆ, ਉਹਦੇ ਨਾਲ ਕਿਵੇਂ ਬਣ ਆਈ ਹੈ। ਕਿਸ ਬਿਦ ਕੋ ਰਸ ਰਾਖਤ ਪਇਓ। ਦੱਸੋ ਕਿਵੇਂ ਉੱਥੇ ਵਰਤਾਰਾ ਕੀਤਾ, ਉਹਦੇ ਨਾਲ ਪ੍ਰੇਮ ਰਿਹਾ ਕਿ ਵਿਗੜ ਪਈ ਹੈ। ਤੁਮ ਸਨ ਬੋਲਤ ਪਇਓ ਕੇ ਨਾਹੇ। ਦੱਸੋ ਪੰਡਿਤ ਜੀ, ਦੀਵਾਨ ਜੀ, ਤੁਹਾਡੇ ਨਾਲ ਭੀਮ ਚੰਦ ਨੇ ਫਤਿਹ ਸਾਂਝੀ ਕੀਤੀ ਕਿ ਨਹੀਂ ਕੀਤੀ। ਰਾਜਾ ਫਤਿਹ ਸ਼ਾਹ ਤੇ ਚਲੋ ਬੋਲਿਆ ਹੋਏਗਾ, ਤੇ ਉਹ ਭੀਮ ਚੰਦ ਦਾ ਕਿਵੇਂ ਰਿਹਾ ਵਿਹਾਰ, ਉਹਦੇ ਬਾਰੇ ਦੱਸੋ ਜਰਾ। ਉਤ ਸਭ ਵਿਖੇ ਮਿਲੇ ਹੋਏ ਪਾਹੇ। ਕਿਉਂਕਿ ਜਦੋਂ ਵਿਆਹ ਦਾ ਪ੍ਰੋਗਰਾਮ ਸੀ, ਸਾਰੇ ਇੱਕੋ ਜਗ੍ਹਾ ਤੇ ਬੈਠੇ ਹੋਗੇ, ਤੁਹਾਨੂੰ ਮਿਲਿਆ ਹੋਏਗਾ ਉੱਥੇ ਨੇੜੇ। ਜੇ ਮਿਲਿਆ ਹੋਏਗਾ ਤੇ ਤੁਹਾਨੂੰ ਪਛਾਣਦਾ ਤੇ ਹੈ ਹੀ ਹੈ ਵੀ ਸਾਡੇ ਗੁਰੂ ਮਹਾਰਾਜ ਦੇ ਘਰ ਦੇ ਦੀਵਾਨ ਨੇ ਜਾਂ ਗੁਰੂ ਘਰ ਦੇ ਪ੍ਰੋਹਤ ਨੇ। ਤੇ ਤੁਹਾਨੂੰ ਕਿਸ ਤਰ੍ਹਾਂ ਪੇਸ਼ ਆਇਆ ਹੈ ਉਹ ਭੀਮ ਚੰਦ। ਫਤਿਹ ਸ਼ਾਹ ਕੋ ਰਿਖ ਕਿਮ ਦੇਖਾ। ਤੇ ਦੀਵਾਨ ਜੀ ਇਹ ਵੀ ਦੱਸੋ ਵੀ ਫਤਿਹ ਸ਼ਾਹ ਦਾ ਰੁਖ ਕਿਹੋ ਜਿਹਾ ਸੀ, ਫਤਿਹ ਸ਼ਾਹ ਦਾ ਵਿਹਾਰ ਕਿੱਦਾਂ ਸੀ ਤੁਹਾਡੇ ਵਾਸਤੇ। ਫਤਿਹ ਸ਼ਾਹ ਕਿਵੇਂ ਮਿਲਿਆ, ਕਿਉਂਕਿ ਉਹਨੇ ਤੇ ਬੁਲਾਇਆ ਸੀ ਨਾ। ਭੀਮ ਚੰਦ ਨੇ ਤਾਂ ਨਹੀਂ ਗੁਰੂ ਸਾਹਿਬ ਨੂੰ ਸੱਦਾ ਦਿੱਤਾ ਆਪਣੇ ਪੁੱਤਰ ਦੇ ਵਿਆਹ ਵਿੱਚ, ਕਿਉਂਕਿ ਉਹ ਤਾਂ ਇਸ ਗੱਲ ਦੀ ਈਰਖਾ ਕਰੀ ਬੈਠਾ ਸੀ ਵੀ ਗੁਰੂ ਕਿਆਂ ਨੇ ਮੈਨੂੰ ਹਾਥੀ ਦੇਣ ਤੋਂ ਨਾ ਕਿਉਂ ਕੀਤੀ ਹੈ। ਇਹ ਪ੍ਰਸ਼ਾਦੀ ਹਾਥੀ ਸੀ ਸਾਧ ਸੰਗਤ ਜੀ। ਅਸਾਮ ਦੇ ਰਾਜੇ ਨੇ ਕਲਗੀਧਰ ਪਾਤਸ਼ਾਹ ਨੂੰ ਭੇਟਾ ਕੀਤਾ ਸੀ, ਬੇਸ਼ਕੀਮਤੀ ਹਾਥੀ ਸੀ। ਉਹਦੇ ਨਾਲ ਦਾ ਦੁਨੀਆ ਤੇ ਕੋਈ ਹਾਥੀ ਨਹੀਂ ਸੀ। ਕੱਦ ਛੋਟਾ ਸੀ, ਸੁੰਦਰਤਾ ਉਹਦੀ ਬੜੀ ਸੀ, ਔਰ ਉਹ ਹਾਥੀ ਦੇ ਵਿੱਚ ਗੁਣ ਇੰਨੇ ਸਨ ਵੀ ਜਿਵੇਂ ਬੰਦਾ ਸਿਖਾਇਆ ਹੁੰਦਾ ਇਉਂ ਸਿਖਾਇਆ ਹੋਇਆ ਸੀ। ਤੇ ਇੱਕ ਸਾਧ ਸੰਗਤ ਜੀ ਤੰਬੂ ਸੀ ਬੜਾ ਕੀਮਤੀ। ਉਹ ਤੰਬੂ ਇਦਾਂ ਦਾ ਸੀ ਵੀ ਜਿਵੇਂ ਆਪਾਂ ਮਹਿਲ ਬਣਿਆ ਹੁੰਦਾ, ਉਹਦੇ ਵਿੱਚ ਹੀ ਕਮਰੇ ਬਣੇ, ਵਿੱਚ ਹੀ ਕਲਸ਼ ਲੱਗੇ, ਚਾਂਦੀ ਦੀਆਂ ਚੋਭਾਂ, ਸੋਨੇ ਦੀਆਂ ਚੋਭਾਂ, ਰੇਸ਼ਮ ਦੀਆਂ ਡੋਰਾਂ ਨਾਲ ਤਾਣਿਆ ਜਾਂਦਾ ਸੀ। ਕਹਿੰਦੇ ਆ ਕਾਬਲ ਦੇ ਵਿੱਚ ਇੱਕ ਗੁਰੂ ਘਰ ਸਿੱਖ ਮਸੰਦ ਰਹਿੰਦਾ ਸੀ, ਉਹਦੇ ਕੋਲ ਗੁਰੂ ਘਰ ਦੀ ਮਾਇਆ ਬਹੁਤ ਜਮ੍ਹਾਂ ਸੀ। ਉਹ ਕਿਤੇ ਲੰਘਦਾ ਹੋਇਆ ਤੰਬੂਆਂ ਵਾਲੇ ਕਾਰਖਾਨੇ ਚਲਾ ਗਿਆ। ਤੰਬੂ ਬਣ ਰਹੇ ਸੀ ਕਾਬਲ ਦੇ ਵਿੱਚ। ਉਹਨੇ ਵੇਖਿਆ ਵੀ ਬੜਾ ਆਲੀਸ਼ਾਨ ਤੰਬੂ ਬਣ ਰਿਹਾ। ਉਹਨੇ ਉਹ ਕਾਰੀਗਰ ਜਿਹੜੇ ਸੀ ਨਾ ਉਹਨਾਂ ਨੂੰ ਪੁੱਛਿਆ ਵੀ ਇਹ ਤੰਬੂ ਬਣ ਰਿਹਾ, ਇਹਦੇ 'ਤੇ ਕਿੰਨਾ ਪੈਸਾ ਲੱਗ ਰਿਹਾ, ਇਹਨੂੰ ਕੌਣ ਬਣਾ ਰਿਹਾ, ਇਹ ਤੰਬੂ ਕੌਣ, ਕਿਹਨੂੰ ਵੇਚੋਗੇ, ਕੌਣ ਇਹਨੂੰ ਲਾਵੇਗਾ ਆਪਣੇ ਸਿਰ 'ਤੇ। ਉਹ ਕਾਰੀਗਰ ਕਹਿਣ ਲੱਗੇ ਜੀ ਇਹ ਤੰਬੂ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ, ਦਿੱਲੀ ਦਾ ਬਾਦਸ਼ਾਹ, ਉਹਦੇ ਵਾਸਤੇ ਬਣ ਕੇ ਦਿੱਲੀ ਜਾਣਾ ਹੈ। ਔਰੰਗਜ਼ੇਬ ਦਾ ਤੰਬੂ ਹੈ, ਇਹਦੇ 'ਤੇ 1.25 ਲੱਖ ਰੁਪਈਆ ਲੱਗ ਰਿਹਾ। ਉਹ ਸਿੱਖ ਕਹਿਣ ਲੱਗਾ ਮੈਂ 2.5 ਲੱਖ ਦਿਆਂਗਾ,
ਇਹਦੇ ਨਾਲੋਂ ਦੁੱਗਣਾ ਸੋਹਣਾ ਤੇ ਮਹਿੰਗਾ ਤੇ ਵੱਡਾ ਸਮਾਨ ਲਾ ਕੇ ਤੰਬੂ ਬਣਾ ਦਿਓ। ਉਹਨਾਂ ਨੇ ਪੈਸੇ ਲੈਣੇ ਸੀ, ਸਿੱਖ ਨੇ ਪੈਸੇ ਦਿੱਤੇ। ਔਰੰਗਜ਼ੇਬ ਲਈ ਬਣਿਆ 1.25 ਲੱਖ ਦਾ, ਕਲਗੀਧਰ ਪਾਤਸ਼ਾਹ ਲਈ ਬਣਿਆ 2.5 ਲੱਖ ਦਾ। ਔਰ ਉਹ ਵੀ ਸਾਧ ਸੰਗਤ ਜੀ ਸਾਲ ਪੂਰਾ ਉਹਨੂੰ ਬਣਾਉਣ ਤੇ ਲੱਗਾ ਸੀ, 1-2 ਦਿਨ 'ਚ ਨਹੀਂ ਤਿਆਰ ਹੋਇਆ। ਸਾਲ ਸਵਾ ਸਾਲ ਪਿੱਛੋਂ 100 ਗੱਡਿਆਂ ਤੇ ਲੱਦ ਕੇ ਉਹਦਾ ਸਮਾਨ ਆਨੰਦਪੁਰ ਪਹੁੰਚਿਆ। 1-2 ਗੱਡੇ ਦੇ ਨਹੀਂ, 100 ਗੱਡਿਆਂ ਦੇ ਉੱਤੇ ਤਾਂ ਉਹ ਲੱਦਿਆ ਗਿਆ ਸੀ ਤੰਬੂ। ਉਹ ਜਦੋਂ ਆਨੰਦਪੁਰ ਸਾਹਿਬ ਆਇਆ, ਕਲਗੀਧਰ ਪਾਤਸ਼ਾਹ ਦੇ ਦਰਬਾਰ 'ਚ ਲੱਗਾ ਤੇ ਰਾਜਾ ਭੀਮ ਚੰਦ ਦਰਸ਼ਨ ਕਰਨ ਆ ਗਿਆ। ਜਦੋਂ ਤੰਬੂ ਵੱਲ ਵੇਖਿਆ ਤੇ ਅੱਖਾਂ ਪਾਟੀਆਂ ਰਹਿ ਗਈਆਂ, ਜਦੋਂ ਹਾਥੀ ਵੱਲ ਵੇਖਿਆ ਤਾਂ ਅੱਖਾਂ ਅੱਡੀਆਂ ਰਹਿ ਗਈਆਂ। ਜਦੋਂ ਮਹਾਰਾਜ ਦੇ 5 ਦਰਿਆਈ ਘੋੜੇ ਵੇਖੇ, ਜਿਹੜਾ ਰਾਜਾ ਰਤਨ ਰਾਏ ਲਿਆਇਆ ਸੀ, ਉਹਨੂੰ ਵੇਖ ਕੇ ਹੱਕਾ ਬੱਕਾ ਰਹਿ ਗਿਆ। ਇੱਕ ਸਾਧ ਸੰਗਤ ਜੀ 5 ਕਲਾ ਸ਼ਸਤਰ ਸੀ। ਬਟਨ ਦਬਾਓ ਕਿਰਪਾਨ ਬਣ ਜਾਂਦੀ, ਦੂਸਰਾ ਬਟਨ ਦਬਾਓ ਤੇ ਕਟਾਰ ਬਣ ਜਾਂਦੀ, ਉਸੇ ਦਾ ਤੀਸਰਾ ਵਾਰੀ ਬਟਨ ਦਬਾਓ ਤੇ ਪਿਸਟਲ ਬਣ ਜਾਂਦੀ, ਉਹਦਾ ਹੀ ਵਿੱਚੋਂ ਉਹ ਖੰਡਾ ਬਣ ਜਾਂਦਾ, ਕੋਈ ਉਹ 5 ਰੂਪ ਉਹਦੇ ਬਣ ਜਾਂਦੇ ਇੱਕੋ ਸ਼ਸਤਰ ਦੇ। ਉਹ ਸ਼ਸਤਰ 10ਵੇਂ ਪਾਤਸ਼ਾਹ ਦੇ ਦਰਬਾਰ 'ਚ ਵੇਖਿਆ। ਫਿਰ ਇੱਕ ਚੌਂਕੀ ਸੀਗੀ, ਬਟਨ ਦਬਾਉਣ ਦੇ ਵਿੱਚੋਂ ਪੁਤਲੀਆਂ ਨਿਕਲ ਆਉਂਦੀਆਂ, ਆਪੇ ਹੀ ਚੌਪੜ ਖਿਡਾਉਂਦੀਆਂ, ਚੌਪੜ ਵਿਛਾ ਦਿੰਦੀਆਂ, ਆਪੇ ਹੀ ਪਾਸੇ ਸੁੱਟਦੀਆਂ, ਆਪੇ ਹੀ ਡਾਲੇ ਬਦਲਦੀਆਂ। ਇੱਦਾਂ ਬੈਠਿਆਂ ਬੈਠਿਆਂ ਐਟੋਮੈਟਿਕ ਚੌਪੜ ਖੇਡਿਆ ਜਾ ਰਿਹਾ। ਉਹ ਚੀਜ਼ ਵੇਖੀ ਤੇ ਰਾਜਾ ਭੀਮ ਚੰਦ ਬੇਈਮਾਨ ਹੋ ਗਿਆ ਵੀ ਇਹ ਚੀਜ਼ਾਂ ਤੇ ਸਾਡੇ ਰਾਜਿਆਂ ਕੋਲ ਹੋਣੀਆਂ ਚਾਹੀਦੀਆਂ। ਆਖੋ ਸਤਨਾਮ ਸ੍ਰੀ ਆਸਾ ਦੀ ਵਾਰ ਵਿੱਚ ਇੱਕ ਪੰਕਤੀ ਹੁੰਦੀ ਹੈ, ਕਰ ਫਰਮਾਇਸ਼ ਖਾਇਆ ਵੇਖ ਮਿਹਨਤ ਮਰਨ ਵਿਸਾਰਿਆ। ਇਹ ਫਰਮਾਇਸ਼ ਰਾਜਿਆਂ ਮਹਾਰਾਜਿਆਂ ਨੂੰ ਕਰਨ ਦੀ ਆਦਤ ਹੁੰਦੀ ਹੈ। ਕਿਸੇ ਦੇ ਕੋਈ ਚੰਗੀ ਚੀਜ਼ ਵੇਖੀ, ਸਾਨੂੰ ਦੇ ਤੂੰ ਪੈਸੇ ਦੱਸ ਕਿੰਨੇ ਲੈਣੇ ਆ। ਰਾਜੇ ਭੀਮ ਚੰਦ ਨੇ ਗੁਰੂ ਸਾਹਿਬ ਕੋਲੋਂ ਹਾਥੀ ਤੇ ਚੀਜ਼ਾਂ ਉਧਾਰੀਆਂ ਮੰਗੀਆਂ ਸੀ ਵੀ ਸਾਨੂੰ ਦੇ ਦਿਓ, ਅਸੀਂ ਆਪਣੇ ਮੁੰਡੇ ਦੇ ਕੁੜਮਾਈ ਦੇ ਉੱਤੇ ਜਦੋਂ ਕੁੜਮਾ ਨੇ ਸ਼ਗਨ ਪਾਉਣ ਆਉਣਾ ਨਾ, ਉਦੋਂ ਦਿਖਾਵਾ ਕਰਾਂਗੇ ਤੇ ਬਾਅਦ 'ਚ ਗੁਰੂ ਜੀ ਤੁਹਾਨੂੰ ਵਾਪਸ ਕਰ ਦਿਆਂਗੇ। ਪਰ ਮਨ ਵਿੱਚ ਸੀ ਵੀ ਇੱਕ ਵਾਰੀ ਗੁਰੂ ਸਾਹਿਬ ਦੇ ਦੇਣ ਫਿਰ ਆਪਾਂ ਵਾਪਸ ਥੋੜ੍ਹਾ ਕਰਨੀ ਹੈ, ਆਪਣੇ ਕੋਲੋਂ ਗੁਰੂ ਭਲਾ ਕਿਵੇਂ ਲੈ ਲਵੇਗਾ। ਤੇ ਨਾਲ ਰਾਜਾ ਕੇਸਰੀ ਚੰਦ ਤੇ ਪੰਮੇ ਪਰੋਹਤ ਨੂੰ ਭੇਜਿਆ ਸੀ। ਪੰਮਾ ਪਰੋਹਤ ਤੇ ਕੇਸਰੀ ਚੰਦ ਅਨੰਦਪੁਰ ਸਾਹਿਬ ਆਏ। ਮਹਾਰਾਜ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇੱਧਰ ਉੱਧਰ ਦੀਆਂ ਗੱਲਾਂ ਕਰਕੇ, ਮਹਾਰਾਜ ਤੁਸੀਂ ਗੁਰੂ ਹੋ, ਤੁਸੀਂ ਬੜੇ ਮਹਾਨ ਹੋ, ਤੁਸੀਂ ਵੱਡੇ ਹੋ, ਅਸੀਂ ਤਾਂ ਤੁਹਾਡੇ ਸੇਵਕ ਹਾਂ, ਸੇਵਕਾਂ ਦੀ ਲਾਜ ਰੱਖਣੀ ਚਾਹੀਦੀ ਹੈ। ਮਹਾਰਾਜ ਹਾਥੀ ਦੇ ਦਿਓ ਥੋੜ੍ਹੇ ਦਿਨਾਂ ਲਈ, ਇਹ ਤੰਬੂ ਦੇ ਦਿਓ ਮਹਾਰਾਜ, 5 ਕਲਾ ਸ਼ਸਤਰ ਦੇ ਦਿਓ, ਅਸੀਂ ਵਿਖਾਵਾ ਕਰਨਾ। ਤੇ ਇੱਦਾਂ ਗੱਲਾਂ ਕਰਦੇ ਮਹਾਰਾਜ ਚੁੱਪ ਕਰਕੇ ਸੁਣਦੇ ਰਹੇ। ਜਦੋਂ ਮਹਾਰਾਜ ਬੋਲੇ ਨਹੀਂ, ਫਿਰ ਦੂਜਾ ਪੱਤਾ ਰਾਜਨੀਤੀ ਦਾ ਖੇਡਿਆ। ਕੇਸਰੀ ਚੰਦ ਤੇ ਪੰਮਾ ਪਰੋਹਤ ਇਹਨਾਂ ਦਾ। ਮਹਾਰਾਜ ਰਾਜਾ ਜੀ ਕਹਿੰਦੇ ਸੀ ਵੀ ਜੇ ਗੁਰੂ ਸਾਹਿਬ ਮਿਹਰ ਕਰਨਗੇ, ਚੀਜ਼ਾਂ ਦੇਣਗੇ, ਜਦੋਂ ਵਿਆਹ ਦਾ ਸਮਾਂ ਲੰਘ ਜਾਏਗਾ, ਚਾਰੇ ਚੀਜ਼ਾਂ ਵਾਪਸ ਵੀ ਕਰਾਂਗੇ ਤੇ 1,000 ਰੁਪਈਆ 4,000 ਰੁਪਈਆ ਦਰਸ਼ਨਾਂ ਦੀ ਭੇਟਾ ਵੀ ਦਿਆਂਗੇ। ਇਹ ਸੁਣ ਕੇ ਫਿਰ ਮਹਾਰਾਜ ਨੂੰ ਵੀਰ ਰਸ ਆ ਗਿਆ। ਮਹਾਰਾਜ ਕਹਿੰਦੇ ਤੁਸੀਂ ਗੁਰੂ ਘਰ ਦੀਆਂ ਚੀਜ਼ਾਂ ਕਿਰਾਏ ਤੇ ਲੈ ਜਾਓਗੇ ਹੈਂ? ਅਸੀਂ ਤੁਹਾਨੂੰ, ਤੁਸੀਂ ਸਮਝਦੇ ਹੋ ਵੀ ਗੁਰੂ ਘਰ ਕਿਰਾਏ ਤੇ ਚੀਜ਼ਾਂ ਦਿੰਦਾ? ਦਫਾ ਹੋ ਜਾਓ ਇੱਥੋਂ, ਖੜੇ ਹੋ ਜਾਓ। ਤੇ ਭਾਈ ਸੰਗੋ ਸ਼ਾਹ ਨੇ 2 ਕਬੂਕੇ ਵੀ ਜੜ ਦਿੱਤੇ, ਤੋੜ ਦਿੱਤਾ। ਉਸ ਗੱਲ ਤੋਂ ਫਿਰ ਬੜੇ ਸੜ ਬਲ ਗਏ ਸੀ ਵੀ ਸਾਡੀ ਇਹਨਾਂ ਨੇ ਗੁਰੂਆਂ ਦੇ ਗੱਲ ਨਹੀਂ ਮੰਨੀ, ਸਾਨੂੰ ਨਾ ਕਰਤੀ ਹੈ, ਬਲਕਿ ਸਾਡੇ ਰਾਜੇ ਦੀ ਬੇਇੱਜ਼ਤੀ ਕੀਤੀ ਕੇਸਰੀ ਚੰਦ ਦੀ। ਸੋ ਇਸ ਕਰਕੇ ਸਾਧ ਸੰਗਤ ਜੀ ਇਹ ਵੈਲ ਰੱਖਦੇ ਸੀ। ਸੋ ਮਹਾਰਾਜ ਪੁੱਛ ਰਹੇ ਹੈ ਵੀ ਫਤਿਹ ਸ਼ਾਹ, ਚਲੋ ਉਹਨੇ ਤੇ ਬੁਲਾਇਆ ਸੀ ਤੁਹਾਨੂੰ ਨਿਉਂਦੇ ਵਾਸਤੇ, ਭੀਮ ਚੰਦ ਕਿਵੇਂ ਮਿਲਿਆ ਉਹਦੀ ਸੁਣਾਓ ਜਰਾ। ਹਾਂ, ਹਮ ਸੋ ਰਸ ਕੈ ਬਿਰਸ ਪਰੇਖਾ। ਤੁਸੀਂ ਵੇਖ ਹੀ ਲਿਆ ਹੋਣਾ ਦੀਵਾਨ ਜੀ ਵੀ ਰਾਜੇ ਭੀਮ ਚੰਦ ਦੇ ਚਿਹਰੇ ਦੇ ਮੱਥੇ ਤੇ ਤਿਉੜੀਆਂ ਪਈਆਂ ਕਿ ਨਹੀਂ ਪਈਆਂ। ਉਹ ਸਾਡੇ ਨਾਲ ਰਸ ਰੱਖਦਾ ਕਿ ਬੇਰਸੀ ਕਰੇਗਾ। ਕਿਸ ਪ੍ਰਕਾਰ ਵਰਤਿਓ ਤੁਮ ਸੰਗਾ। ਤੁਹਾਡੇ ਨਾਲ ਕਿਵੇਂ ਵਰਤਿਆ ਰਾਜਾ ਭੀਮ ਚੰਦ, ਕਿਵੇਂ ਵਰਤਿਆ ਰਾਜਾ ਫਤਿਹ ਸ਼ਾਹ, ਇਹ ਸਾਰੀ ਗੱਲ ਦੱਸੋ। ਦਿਜ ਦੀਵਾਨ ਸਭ ਕਹਿਓ ਪ੍ਰਸੰਗਾ। ਇਹ ਸੁਣ ਕੇ ਪੰਡਿਤ ਦਇਆ ਰਾਮ ਜੀ ਅਤੇ ਦੀਵਾਨ ਨੰਦ ਚੰਦ ਜੀ 10ਵੇਂ ਪਾਤਸ਼ਾਹ ਨੂੰ ਉੱਥੋਂ ਦੀ ਸਾਰੀ ਕਹਾਣੀ ਦੱਸਦੇ ਹੈ। ਮਹਾਰਾਜ ਅਸੀਂ ਗਏ ਸੀ, ਉਹਨਾਂ ਨੇ ਸਾਨੂੰ ਇੱਦਾਂ ਬਹੁਤ ਪਹਿਲਾਂ ਮਾਣ ਸਨਮਾਨ ਵੀ ਦਿੱਤਾ,
ਪਰ ਜਦੋਂ ਬਰਾਤ ਗਈ ਹੈ, ਜਦੋਂ ਤੰਬੋਲ ਦਿੱਤਾ ਹੈ, ਉਦੋਂ ਮਹਾਰਾਜ ਜੀ ਇਹ ਬੇਰਸੀ ਹੋਈ ਹੈ, ਅਸੀਂ ਤੰਬੋਲ ਵਾਪਸ ਲੈ ਆਏ ਹਾਂ। ਉਹ ਸਾਰੀ ਗੱਲ ਮਹਾਰਾਜ ਸੁਣਨਗੇ। ਉਸ ਤੋਂ ਬਾਅਦ ਫਿਰ ਜੰਗ ਦੀ ਤਿਆਰੀ ਹੋ ਜਾਏਗੀ। ਉਹ ਕੱਲ੍ਹ ਦੇ ਪ੍ਰਕਰਣਾਂ ਵਿੱਚ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹਿ ਮਾਇਆ ਤਾਰ, ਅੰਧਕੂਪ ਮਹਾ ਪਿਆਨ ਨਾਨਕ ਬਾਰ ਉਤਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਬਾਰੇ ਉਤਾਰਨ ਹਾਰ। ਸੋ ਸਾਧ ਸੰਗਤ ਜੀ, ਬਾਬਾ ਜੀ ਬਾਬਾ ਭੁਪਿੰਦਰ ਸਿੰਘ ਜੀ ਹੈਡ ਗ੍ਰੰਥੀ ਸਾਹਿਬ ਨੇ ਸਮੂਹ ਸੰਗਤਾਂ ਨੂੰ ਜਿਵੇਂ ਪਹਿਲਾਂ ਬੇਨਤੀ ਕੀਤੀ ਸੀ, ਕੱਲ੍ਹ ਸ੍ਰੀ ਅਕਾਲ ਉਤਰ ਸਾਹਿਬ ਜੀ ਦੇ ਪਾਠ ਹੋਣੇ, 10ਵੇਂ ਪਾਤਸ਼ਾਹ ਦੀ ਬਾਣੀ ਦੇ। ਜਦੋਂ ਮਹਾਰਾਜ ਪਾਉਂਟੇ ਸਾਹਿਬ ਬਿਰਾਜਮਾਨ ਸਨ ਕਲਗੀਧਰ ਜੀ, ਤਾਂ ਉੱਥੇ ਮਾਤਾ ਗੁਜਰੀ ਜੀ ਕਿਹਾ ਕਰਨ ਵੀ ਮਹਾਰਾਜ ਕਿਰਪਾ ਕਰੋ, ਮੈਨੂੰ ਪੋਤਰੇ ਦੀ ਦਾਤ ਬਖਸ਼ੋ। ਮਾਤਾ ਗੁਜਰੀ ਜੀ ਨੂੰ ਹਰ ਵਾਰੀ ਇਹੀ ਖਿਆਲ, ਇਹੀ ਮੰਗ ਰਹਿੰਦੀ ਸੀ ਵੀ ਮੇਰੇ ਘਰ ਪੋਤਰਾ ਹੋਵੇ, ਮੈਂ ਆਪਣੀ ਗੋਦੀ 'ਚ ਪੋਤਰਾ ਖਿਡਾਵਾਂ ਅਤੇ ਤੁਹਾਡਾ ਪਰਿਵਾਰ ਵਧੇ। ਇਹ ਬਚਨ ਜਦੋਂ ਮਾਤਾ ਗੁਜਰੀ ਜੀ ਅਤੇ ਮਾਤਾ ਸੁੰਦਰੀ ਜੀ ਬਾਰ-ਬਾਰ ਕਿਹਾ ਕਰਨ, ਅਤੇ ਸਤਿਗੁਰੂ ਜੀ ਕਲਗੀਧਰ ਜੀ ਕਹਿਣ ਲੱਗੇ, ਮਾਤਾ ਜੀ ਅਸੀਂ ਬਾਣੀ ਰਚਾਂਗੇ, ਤੁਸੀਂ ਨਿਤਨੇਮ ਨਾਲ ਸਾਲ ਭਰ ਨਿਤਨੇਮ ਕਰਿਆ ਜੇ ਅਤੇ ਆਪਣੀ ਨੂੰਹ ਨੂੰ ਵੀ ਕਰਾਇਆ ਜੇ। ਮਹਾਰਾਜ ਨੇ ਫਿਰ ਸ੍ਰੀ ਅਕਾਲ ਉਸਤਤ ਬਾਣੀ ਜਮਨਾ ਦੇ ਕੰਢੇ 'ਤੇ ਉਹ ਸਿਲਾ ਪੱਥਰ ਹੁਣ ਤੱਕ ਸੀਗਾ, ਹੁਣ ਤਾਂ ਪਤਾ ਨਹੀਂ, ਉਹ ਜਦੋਂ ਪੁਰਾਣੀਆਂ ਚੀਜ਼ਾਂ ਖਤਮ ਕਰ ਦਿੰਦੇ ਹਾਂ ਅਸੀਂ। ਭਾਈ ਸੰਤੋਖ ਸਿੰਘ ਜੀ ਨੇ ਸਿਲਾ ਦਾ ਜ਼ਿਕਰ ਕੀਤਾ, ਪੱਥਰ ਸੀ ਬੜਾ ਵੱਡਾ, ਉਹਦੇ 'ਤੇ ਬਹਿ ਕੇ ਬਾਣੀ ਰਚਦੇ ਸੀ। ਭਾਈ ਮਨੀ ਸਿੰਘ ਲਿਖਦੇ ਸੀ, ਕਹਿੰਦੇ ਬਾਣੀ ਮਹਾਰਾਜ ਰਚੀ ਸ੍ਰੀ ਅਕਾਲ ਉਸਤਤ। ਇੱਕ ਦਿਨ ਜਦੋਂ ਇਹ ਉਚਾਰਨ ਕਰ ਰਹੇ ਸੀ, ਜਲਸ ਤੂੰ ਹੀ, ਥਲਸ ਤੂੰ ਹੀ, ਬਿਰਛਸ ਤੂੰ ਹੀ, ਪਤਸ ਤੂੰ ਹੀ, ਸਾਰੇ ਪਾਸੇ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ, ਐਸੀ ਲੈਵਲ ਲੱਗੀ। ਕਹਿੰਦੇ ਭਾਈ ਸਾਹਿਬ ਮਨੀ ਸਿੰਘ ਲਿਖਦੇ 16 ਅੰਗ ਜਿਹੜੇ ਨੇ ਨਾ, ਉਹ ਤੂੰ ਹੀ ਦੇ ਲਿਖ ਦਿੱਤੇ। ਅਤੇ ਜਦੋਂ ਮਹਾਰਾਜ ਦੀ ਸਮਾਧੀ ਖੁੱਲ੍ਹੀ, ਮਹਾਰਾਜ ਨੂੰ ਭਾਈ ਮਨੀ ਸਿੰਘ ਕਹਿੰਦੇ, ਮਹਾਰਾਜ ਅੱਜ ਤੇ ਆਪ ਜੀ ਨੇ ਤੂੰ ਹੀ ਮੈਂ 16 ਅੰਗ ਲਿਖਤੇ। ਮਹਾਰਾਜ ਕਹਿੰਦੇ ਚਲੋ 16 ਵਾਰੀ ਰੱਖ ਲਓ, ਬਾਕੀ ਸਮਾਪਤ ਕਰ ਦਿਓ। ਉਹ 16 ਵਾਰੀ ਆਉਂਦਾ, ਤੂੰ ਹੀ 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 ਤੂੰ ਹੀ। ਉਹ ਫਿਰ ਬਾਣੀ ਜਦੋਂ ਪੂਰਨ ਹੋਈ, ਉਹਦੇ ਵਿੱਚ ਮਹਾਰਾਜ ਨੇ ਲਿਖਿਆ, ਅਕਾਲ ਪੁਰਖ ਦਾ ਸਰੂਪ ਨਿਰਗੁਣ ਸਰੂਪ ਸਰਗੁਣ ਸਰੂਪ ਬ੍ਰਹਮ ਗਿਆਨ ਦੀ ਅਵਸਥਾ ਦਰਸਾਈ ਹੈ। ਉਹ ਫਿਰ ਜਦੋਂ ਪੂਰਨ ਹੋ ਗਈ ਤੇ ਮਹਾਰਾਜ ਨੇ ਮਾਤਾ ਸੁੰਦਰੀ ਜੀ ਆਪਣੇ ਮਹਿਲ ਤੇ ਆਪਣੀ ਮਾਤਾ ਗੁਜਰੀ ਜੀ ਨੂੰ ਕਿਹਾ ਵੀ ਤੁਸੀਂ ਦੋਵੇਂ ਸੱਸਾਂ ਨੂੰ ਇਹਦਾ ਨਿਤਨੇਮ ਕਰਿਆ ਕਰੋ। ਇਹ ਫਿਰ ਦੋਵੇਂ ਮਾਤਾਵਾਂ ਸ੍ਰੀ ਅਕਾਲ ਉਸਤਤ ਦਾ ਪਾਠ ਕਰਦੀਆਂ। ਸਾਲ ਪਿੱਛੋਂ ਮਹਾਬਲੀ ਸੂਰਬੀਰ ਤੇਜਸਵੀ ਯੋਧੇ ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਜਨਮ ਹੋਇਆ ਸੀ। ਉਸ ਬਾਣੀ ਦਾ ਕੱਲ ਨੂੰ ਸੰਗਤਾਂ ਨੇ ਪਾਠ ਕਰਨਾ ਹੈ। और सर्वलोक की रक्षा हमने, सर्व काल जी की रक्षा हमने, सर्वलोक जी की सदा रक्षा हमने। वो अकाल पुरख सदा ही साढ़े अंग संग है, सदा ही साढ़े सिर दे उत्ते है। ये वचन महाराज ने जिस बाणी च लिखे है, आपां नाले बाणी पढ़ांगे चंडी दी वार, होर बाणियां दे जाप अरदास बेनती नाले कथा दा इसे तरह ही रूटीन विच बाबा जी ने टाइमिंग तो दस दी है। 4:30 तो दीवान शुरू करांगे। सो इतने में सारी संगत दर्शन देने की कृपालता करनी। फतेह बुलाओ। वाहिगुरू जी का खालसा, वाहिगुरू जी।